एको ओंकार सतनाम करता पुरख निरभउ निरवैर अकाल मूरत आजुनी सैभं गुर प्रसाद जप आद सच जिगाद सच है पी सच नानक होसी पी सच सोचै सोच न होवी जे सोची लखवार पै चुप न होवी जे लाए रहा लिवतार भुखिया भुख न उतरी ना पुरियां पार सह सियानपा लख हो है ता इक न चले नाल कि विचारा होई है कब कूड़े टुटे पाल हुक्म रजाई चलना नानक लिखिया नाल तेरा कीता जातो नाही मैनू जो कित होई मैं निर्गुण यारी को गुण नाही आपे तरस पियो तरस पिया महरामत होई सतगुर सज्जन मिलया नानक नाम मिले तां जीवा तन मन थीवे हरिया गुर सतगुर काजू सिख अकाए सो भलके उठ हर नाम ते आवै उदम करे भलके परवाती इस्नान करे अमृत सरनावै अपदेश गुरु हर हर जप जापे सब किल विख पाप दुख ले जावे फिर चढ़े दिवस गुरबाणी गावै बहदियाँ उठदियाँ हर नाम ते आवै जो सास गरास ते आए हर हर सो गुर सिख गुरु मन पावै जिसनों दयाल होवै मेरा स्वामी तिस गुर सिख गुरु उपदेश सुनावै जन नानक तोड़ मंगे तिस गुर सिख की जो आप जपै अवर नाम जपावै ददे दोष न देऊ किसै दोषी कर्मा अपने जो मैं किया सो मैं पाया दोष न दीजै अवर जना जिन्नी नाम ते आया गए मशक्कत काल नानक ते मुखे उजलै केती छुट्टी नाल जिन्नी नाम ते आया गए मशक्कत काल नानक ते मुखे उजलै केती छुट्टी नाल वाहिगुरु धन 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 साहिब श्री गुरु ग्रंथ साहिब महाराज सच्चे पातशाह की अमृतमयी बाणी धुर की बाणी आई तिन सगली चिंत मिटाई जुगो जुग अटाल धन धन साहिब श्री गुरु ग्रंथ साहिब महाराज जी की अमृतमयी बाणी की लगातार गुरु शब्द विचार चलती आ रही है। आओ गुरमुख प्यारो सतगुरु सच्चे पातशाह साडे ते हर रोज़ की तरह अज भी कृपा करन कि असीं गुरु के शब्द की विचार करने की कोशिश करिए। विचार करके गुरु का शब्द अपने हिरदियां च वसाइए, गुरु वाले बन जाइए। गुरु की मत के अनुसार सतगुरु सच्चे पातशाह इस रहिंदी दुनिया ते साडे तो इस तरह के कारोबार कार विहार करवाउण जो कि परमात्मा नूं चंगे लगन, ताकि साडा मिट्टी का पुतला पापी हिरदा गुरु चरनां जुड़ के संसार ते आया सफल हो जावे। परमात्मा साडे ते कृपा करे। आओ गुरमुख प्यारो
ਲਗਾਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਆਸਾ ਦੀ ਵਾਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਮੁਖਾਰਬਿੰਦ ਵਿੱਚੋਂ ਤਕਰੀਬਨ ਉਚਾਰਨ ਕੀਤੀ ਗਈ ਗੁਰਬਾਣੀ, ਜੋ ਆਪਾਂ ਕੱਲ੍ਹ ਦਾ ਸ਼ਲੋਕ ਪੜ੍ਹਿਆ ਅਤੇ ਅੱਜ ਵੀ ਪੜ੍ਹਨਾ ਹੈ, ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਮਹੱਲਾ ਦੂਜਾ ਦਾ ਹੈ। ਆਓ ਗੁਰੂ ਸਾਹਿਬ ਜੀ ਸਾਡੇ 'ਤੇ ਕੀ ਕਿਰਪਾ ਕਰਦੇ ਨੇ, ਸਾਨੂੰ ਕਲਯੁਗੀ ਜੀਵਾਂ ਨੂੰ ਉਸ ਪ੍ਰਮਾਤਮਾ ਦੇ ਪ੍ਰਥਾएं ਕੀ ਸਮਝਾਉਣਾ ਕਰਦੇ ਨੇ। ਆਓ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਆਪਾਂ ਗੁਰਮਰਜ਼ਾਦਾ ਦੇ ਅਨੁਸਾਰ ਪਹਿਲਾਂ ਗੁਰਬਾਣੀ ਪਾਠ ਪੜ੍ਹ ਲਈਏ, ਤਾਂ ਕਿ ਗੁਰੂ ਦੇ ਸ਼ਬਦ ਦੀ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ, ਸਾਡੀ ਸਮਝ ਵਿੱਚ ਪੈ ਜਾਵੇ ਗੁਰੂ ਦਾ ਸ਼ਬਦ। ਆਓ ਗੁਰਮੁਖ ਪਿਆਰੋ ਗੁਰਬਾਣੀ ਨਾਲ ਜੁੜੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਏਕ ਕ੍ਰਿਸ਼ਨਨ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਆਤਮਾ ਬਾਸ ਦਿਵਸ, ਜੇ ਕੋ ਜਾਣੈ ਪਿਓ। ਨਾਨਕ ਤਾਂ ਕਾ ਦਾਸ ਹੈ, ਸੋਹੀ ਨਿਰੰਜਨ ਦਿਓ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਆਤਮਾ ਬਾਸ ਦਿਵਸ ਹੈ, ਜੇ ਕੋ ਜਾਣੈ ਪਿਓ। ਨਾਨਕ ਤਾਂ ਕਾ ਦਾਸ ਹੈ, ਸੋਹੀ ਨਿਰੰਜਨ ਦਿਓ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੂਜੇ ਪਾਤਸ਼ਾਹ, ਉਹਨਾਂ ਦੀ ਰਚਨਾ 'ਚ ਉਚਾਰਨ ਕੀਤਾ ਗਿਆ ਗੁਰੂ ਦਾ ਸ਼ਬਦ, ਜੋ ਆਪਾਂ ਗੁਰਬਾਣੀ ਪਾਠ ਪੜ੍ਹਿਆ ਔਰ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਲਯੁਗੀ ਜੀਵਾਂ ਨੂੰ ਉਸ ਪਰਮਾਤਮਾ ਦੇ ਪ੍ਰਥਾएं ਕੀ ਸਮਝਾਉਣਾ ਕਰਦੇ ਨੇ। ਆਓ ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਅੱਜ ਜੋ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਹੈ, ਏਕ ਕ੍ਰਿਸ਼ਨਨ, ਵੈਸੇ ਅਸੀਂ ਦੁਨਿਆਵੀ ਦੁਨੀਆ 'ਤੇ ਜੋ ਸਾਨੂੰ ਸਿਖਾਇਆ ਗਿਆ ਉਹਦੇ ਮੁਤਾਬਕ ਅਸੀਂ, ਕਿਉਂਕਿ ਸਿੱਖ ਮੱਤ ਅੱਜ ਤੋਂ 550 ਸਾਲਾਂ ਪਹਿਲਾਂ ਆਈ ਹੈ। ਜਿਹੜੀਆਂ ਪਿਛਲੀਆਂ ਮੱਤਾਂ, ਪਿਛਲੇ ਯੁੱਗਾਂ ਦੀਆਂ ਮੱਤਾਂ, ਉਹ ਸਾਡੇ 'ਤੇ ਹਾਵੀ ਰਹੀਆਂ, ਉਹ ਸਾਡੇ 'ਤੇ ਹਾਵੀ ਰਹੀ, ਉਹਦੇ ਮੁਤਾਬਕ ਅਸੀਂ ਆਪਣਾ ਜੀਵਨ ਜੀਂਦੇ ਰਹੇ। ਵੈਸੇ ਅੱਜ ਵੀ ਉਹੋ ਹੀ ਮੱਤਾਂ ਚੱਲਦੀਆਂ ਨੇ, ਜਿਨ੍ਹਾਂ ਦੇ ਕਾਰਨ ਕਰਕੇ ਸਾਡਾ ਜੀਵਨ ਗੁਰਬਾਣੀ ਨਾਲ ਨਹੀਂ ਜੁੜਦਾ। ਆਓ ਗੁਰਮੁਖ ਪਿਆਰੋ ਗੁਰੂ ਸ਼ਬਦ ਵਿਚਾਰ ਨਾਲ ਜੁੜੀਏ। ਗੁਰੂ ਅੰਗਦ ਦੇਵ ਮਹਾਰਾਜ ਜੀ ਕੀ ਕਹਿੰਦੇ ਨੇ? ਏਕ ਕ੍ਰਿਸ਼ਨਨ ਸਰਬ ਦੇਵਾ। ਵੈਸੇ ਆਪਾਂ ਮੰਨਦੇ ਹਾਂ ਤ੍ਰੇਤੇ ਯੁੱਗ ਦਾ ਅਵਤਾਰ ਕੌਣ ਸੀ? ਰਾਮ, ਜਿਹਨੂੰ ਰਾਮ ਦੇ ਨਾਲ ਜਾਣਿਆ ਜਾਂਦਾ ਹੈ, ਅਵਤਾਰ ਉਹਨੂੰ ਕਿਹਾ ਗਿਆ। ਦੁਆਪਰ ਦਾ ਕ੍ਰਿਸ਼ਨ ਭਗਵਾਨ, ਕ੍ਰਿਸ਼ਨ, ਤੇ ਸਤਯੁੱਗ ਦਾ ਸਾਤੀ ਕਹਿੰਦੇ ਨੇ, ਸਤਯੁੱਗ ਦਾ ਸਾਤੀ। ਤਿੰਨ ਤੇ ਹੁਣ ਕਲਯੁੱਗ ਦਾ। ਕਲਯੁੱਗ ਦਾ ਅਵਤਾਰ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਆਪ ਨੂੰ ਅਵਤਾਰ ਨਹੀਂ ਕਹਾਇਆ। ਭਾਈ ਗੁਰਦਾਸ ਜੀ ਨੇ ਕਿਹਾ ਵੀ ਬਾਬਾ ਨਾਨਕ ਜਿਹੜਾ ਹੈ ਕੱਲ ਤਾਰਨ ਕੋ ਆਇਆ। ਤੇ ਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਹੁਣ ਆਪਾਂ ਉਹਨਾਂ ਦੇ ਮੁਤਾਬਕ ਆਪਾਂ ਚੱਲਦੇ ਵੀ ਆਹ ਯੁੱਗ ਦਾ,
ਅਵਤਾਰੀ ਪੁਰਸ਼ ਸੀ, ਦੁਨੀਆ ਨੂੰ ਤਾਰਨ ਵਾਸਤੇ ਆਇਆ। ਪਰ ਗੁਰਬਾਣੀ ਇਸ ਚੀਜ਼ ਦੇ ਨਾਲ ਸਹਿਮਤ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਵੀ ਕ੍ਰਿਸ਼ਨ ਕੌਣ ਹੈ? ਕ੍ਰਿਸ਼ਨ ਕੌਣ ਹੈ? ਕ੍ਰਿਸ਼ਨ ਭਗਵਾਨ ਹੈ, ਇੱਕ ਪਰਮਾਤਮਾ ਹੈ। ਉਹਦਾ ਆਖਰੀ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਦੱਸਿਆ ਹੈ ਕਿ ਲੋਕ ਮੰਨਦੇ ਨੇ ਵੀ ਕ੍ਰਿਸ਼ਨ ਦੇਵਤਿਆਂ ਦਾ ਦੇਵਤਾ ਸੀ, ਵੀ ਦੇਵਤਿਆਂ ਦਾ ਦੇਵਤਾ ਸੀ, ਜਿਸ ਕਰਕੇ ਸਮਝਾਉਣਾ ਕੀਤਾ ਏਕ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਵੀ ਲੋਕ ਮੰਨਦੇ ਨੇ ਵੀ ਕ੍ਰਿਸ਼ਨ ਦੇਵਤਿਆਂ ਦਾ ਦੇਵਤਾ ਹੈ, ਵੀ ਸਾਰੇ ਦੇਵਤੇ ਜਿਵੇਂ ਆਪਾਂ ਗਿਣਤੀ ਕਰਦੇ ਹਾਂ 33 ਕਰੋੜ ਦੇਵਤਾ ਦੇਵੀ ਦੇਵਤੇ। ਹੁਣ ਜਿਨ੍ਹਾਂ ਨੇ ਸਮਝਾਉਣਾ ਕੀਤਾ ਉਹ ਗਿਣਤੀ ਕਰਕੇ ਦੱਸ ਦੇਣ ਵੀ ਕਿੱਥੇ ਦੇਵਤੀ ਦੇਵਤੇ ਨੇ 33 ਕਰੋੜ ਦੇਵੀ ਦੇਵਤਾ। ਹੁਣ ਬਾਬਾ ਨਾਨਕ ਤਾਂ ਇਹ ਚੀਜ਼ਾਂ ਨਾਲ ਸਹਿਮਤ ਨਹੀਂ। ਬਾਬਾ ਨਾਨਕ ਤਾਂ ਸਹਿਮਤ ਹੈ ਜੋ ਗੁਰਬਾਣੀ ਕਹਿ ਰਹੀ ਅਕਾਲ ਪੁਰਖ ਦੀ, ਵੀ ਪ੍ਰਮਾਤਮਾ ਹੀ ਸਾਰਿਆਂ ਦਾ ਦੇਵਤਿਆਂ ਦਾ ਦੇਵਤਾ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਵੀ ਜਿਵੇਂ ਸ਼ਬਦ ਕ੍ਰਿਸ਼ਨ ਹੈ ਨਾ, ਦਾ ਅਰਬ ਅਰਥ ਕਰੀਏ, ਅਰਬੀ ਦੇ ਵਿੱਚ ਪਰਮਾਤਮਾ ਹੈ। ਪਰ ਉਹ ਹੁਣ ਆਪਾਂ ਮੰਨਣਾ ਤੇ ਉਹਨੂੰ ਮੰਨ ਲਈਏ, ਤੇ ਜੇ ਪਰਮਾਤਮਾ ਨੂੰ ਮੰਨਣਾ ਤੇ ਪਰਮਾਤਮਾ ਨੂੰ ਮੰਨ ਲਈਏ। ਇੱਥੇ ਬੜਾ ਸੋਹਣੇ ਤਰੀਕੇ ਨਾਲ ਸਮਝਾਉਣਾ ਕੀਤਾ। ਪਰ ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਤਿਵੇਂ ਕ੍ਰਿਸ਼ਨ ਜੀ ਦਾ ਇਹ ਨਾਮ ਵੀ ਪਰਮਾਤਮਾ ਅਰਬ ਅਰਥ ਦੇ ਵਿੱਚੋਂ ਲਿਆ ਸੀ। ਕ੍ਰਿਸ਼ਨ ਦਾ ਨਾਂ ਜਿਹੜਾ ਰੱਖਿਆ ਸੀ ਨਾ ਦੁਆਪਰ ਯੁੱਗ ਦੇ ਵਿੱਚ, ਕ੍ਰਿਸ਼ਨ ਦਾ ਜਿਹੜਾ ਨਾਂ ਰੱਖਿਆ ਸੀ, ਉਹ ਜਿਵੇਂ ਉਹਨਾਂ ਦੀ ਸਿਸਟਮ ਸੀ। ਜਿਵੇਂ ਹੁਣ ਆਪਾਂ ਗੁਰੂ ਦੇ ਸਿੱਖ ਵਾਸਤੇ ਤਾਂ ਕੀ ਹੈ, ਜਦੋਂ ਕਿਸੇ ਦਾ ਜਨਮ ਹੁੰਦਾ ਹੈ, ਮਾਤਾ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਤੇ ਗੁਰਮਰਜ਼ਾਦਾ ਦੇ ਅਨੁਸਾਰ, ਜਿਹੜਾ ਗੁਰਮਰਜ਼ਾਦਾ ਦੇ ਅਨੁਸਾਰ ਹੈ, ਇਹਨੂੰ ਇੱਕ ਸੰਸਕਾਰ ਮੰਨਿਆ ਜਾਂਦਾ ਹੈ, ਜਨਮ ਸੰਸਕਾਰ। ਵੀ ਮਾਤਾ ਜਦੋਂ ਤੁਰਨ ਦੇ ਲਾਇਕ ਹੋ ਜਾਂਦੀ ਹੈ, ਮਾਤਾ ਤੁਰਨ ਦੇ ਲਾਇਕ ਹੋ ਜਾਂਦੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ 'ਚ, ਗੁਰੂ ਸਾਹਿਬ ਕੋਲ ਆਉਣ, ਕੜਾਹ ਪ੍ਰਸ਼ੇਦ ਦੀ ਦੇਗ ਸਜੇ, ਅੰਮ੍ਰਿਤ ਵੇਲੇ ਜਿਹੜਾ ਪਵਿੱਤਰ ਹੁਕਮਨਾਮਾ ਆਉਂਦਾ ਹੈ, ਜਿਹੜਾ ਫਸਟ ਹੁਕਮਨਾਮੇ ਦੇ ਵਿੱਚ ਫਟ ਜਿਹੜਾ ਸ਼ਬਦ ਆਉਂਦਾ ਹੈ, ਸ਼ਬਦ ਦਾ ਜਿਹੜਾ ਪਹਿਲਾ ਅੱਖਰ ਹੈ, ਉਹਦੇ ਨਾਲ ਰੱਖਿਆ ਜਾਵੇ, ਤਾਂ ਹੀ ਗੁਰਸਿੱਖੀ ਨੂੰ ਅਡੋਪ ਕਰੇਗਾ, ਤਾਂ ਹੀ ਗੁਰੂ ਸਿੱਖੀ ਵਾਲਾ ਬਣ ਜਾਏਗਾ। ਉਹ ਜਿਹੜਾ ਸਾਡਾ ਮਰਜ਼ਾਦਾ ਦੇ ਅਨੁਸਾਰ ਸੰਸਕਾਰ ਹੈ। ਬਾਕੀ ਅਸੀਂ ਜੋ ਮਰਜ਼ੀ ਕਰਦੇ, ਅਸੀਂ ਨਾਂ ਰੱਖੀ ਜਾਂਦੇ, ਚੀਕੂ ਪੀਕੂ ਜੋ ਮਰਜ਼ੀ ਰੱਖੀ ਜਾਈਏ, ਪੈਂਕੀ ਸ਼ੈਂਕੀ, ਜੋ ਉਹ ਤੇ ਸਾਡੇ ਦੁਨਿਆਵੀ ਦੁਨੀਆ ਦੇ ਨਾਂ ਨੇ। ਪਰ ਜਿਹੜੀ ਮਰਜ਼ਾਦਾ ਹੈ ਉਹਦੇ ਮੁਤਾਬਕ ਵੀ ਗੁਰੂ ਘਰੇ ਆਣ ਕੇ ਨਾਂ ਇੱਥੇ ਰੱਖਿਆ ਜਾਵੇ, ਵੀ ਉਹਨੇ ਗੁਰਸਿੱਖੀ ਤਾਂ ਹੀ ਅਡੋਪ ਕਰੇ, ਗੁਰਸਿੱਖੀ ਦੇ ਨਾਲ ਤਾਂ ਹੀ ਜੁੜੇਗਾ। ਪਰ ਉਹ ਪਹਿਲਾਂ ਮਾਂ ਪਿਓ ਜੁੜਿਆ ਹੋਵੇਗਾ ਤੇ ਫਿਰ ਹੀ ਗੱਲ ਬਣੇਗੀ। ਤੇ ਅੱਜ ਆਪਾਂ ਉਂਝ ਕਹਿੰਦੇ ਸੀ ਸਿੱਖ ਹਾਂ, ਤੇ ਵੈਸੇ ਜਨਮ ਪੱਤਰੀਆਂ ਕਢਾਉਣੇ ਜਾ ਕੇ ਉਹਨਾਂ ਕੋਲੋਂ, ਜਿਹੜੇ ਜਨਮ ਪੱਤਰੀਆਂ ਕੱਢਣ ਵਾਲੇ ਨੇ, ਵੀ ਜਿਹੜੇ ਟੇਵੇ ਲਾਉਂਦੇ ਨੇ, ਉਹਨਾਂ ਕੋਲੋਂ ਕਹਿੰਦੇ ਜਨਮ ਪੱਤਰੀ ਕਢਾ ਕੇ ਲਾਉਣਾ। ਸਾਰਾ ਕੁਝ ਤੇ ਤੂੰ ਦੱਸ ਦਿੱਤਾ। ਇੱਕ ਦਾਸ ਕਿਤੇ ਗਿਆ ਨਹੀਂ ਉਹਨਾਂ ਕੋਲ, ਤੇ ਮੈਂ ਇੱਕ ਗੁਰਮੁਖ ਪਿਆਰੇ ਨੂੰ ਪੁੱਛਿਆ, ਮੈਂ ਕਿਹਾ ਵੀ ਜਨਮ ਪੱਤਰੀ ਕਢਾਉਣ ਵਾਲੇ ਤੁਸੀਂ ਕੀ ਦੱਸਦੇ? ਕਹਿੰਦੇ ਅਸੀਂ ਟਾਈਮ ਦੱਸ ਦਿੰਦੇ ਆ, ਦਿਨ ਦੱਸ ਦਿੰਦੇ ਆ, ਵੀ ਕਿਹੜੇ ਦਿਨ ਤੇ ਕਿਹੜਾ ਟਾਈਮ ਹੋ ਗਿਆ। ਤੇ ਮੈਂ ਕਿਹਾ ਵੀ ਜਨਮ ਪੱਤਰੀ ਤੇਰੇ ਕੋਲ ਹੀ ਹੈ, ਤੈਨੂੰ ਕਢਾਉਣ ਦੀ ਕੀ ਲੋੜ ਹੈ? ਵੀ ਉਹਦੇ ਕੋਲ ਜਿਹੜਾ ਜਨਮ ਪੱਤਰੀਆਂ ਕੱਢਣ ਵਾਲਾ, ਉਹਦੇ ਕੋਲ ਜ਼ਰੂਰ ਜਾਣਾ ਹੈ। ਇਸ ਕਰਕੇ ਗੁਰੂ ਪਰਮਾਤਮਾ ਪਰਮੇਸ਼ਰ ਸਾਨੂੰ ਡੇਟ ਦਾ ਪਤਾ ਹੈ, ਸਭ ਕੁਝ ਪਤਾ ਹੈ। ਉਹਨੇ ਕੰਪਿਊਟਰ 'ਚ ਫਿੱਟ ਕੀਤਾ ਵੀ ਇਹਦਾ ਆਹ ਨਾਂ ਰੱਖੋ, ਵੀ ਇਹਦੇ 'ਚ ਆਹ ਮੰਗਲ ਛਨੱਤਰ ਚੱਲ ਰਿਹਾ, ਆਹ ਗ੍ਰਹਿ ਚੱਲ ਰਿਹਾ, ਇਸ ਤਰ੍ਹਾਂ ਦਾ ਕਰੋ, ਇਹਨੂੰ ਇੰਝ ਕਰ ਦਿਓ। ਉਹਨੇ 4-5 ਗੱਲਾਂ ਨਾਲ ਜੋੜ ਕੇ ਦੱਸਣੀਆਂ ਹੁੰਦੀਆਂ, ਤਾਂ ਹੀ ਉਹਦਾ ਸਿਸਟਮ ਚੱਲੇਗਾ। ਬਾਬਾ ਨਾਨਕ ਕਹਿੰਦਾ ਐਵੇਂ ਨਾ ਕਰੋ, ਬਾਬਾ ਨਾਨਕ ਕਹਿੰਦਾ ਐਵੇਂ ਨਾ ਕਰੋ, ਉਹਨਾਂ ਚੀਜ਼ਾਂ ਨੂੰ ਛੱਡ ਦਿਓ, ਸਿੱਖ ਮਤ ਦੇ ਨਾਲ ਆਪਣਾ ਜੀਵਨ ਜੋੜੋ। ਤੇ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ ਏਕ ਕ੍ਰਿਸ਼ਨਨ ਸਰਬ ਦੇਵਾ। ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ। ਦੇਵਤੇ ਦਾ ਵੈਸੇ ਅੱਖਰੀ ਅਰਥ ਕੱਢੀਏ ਨਾ, ਦੇਵਤਾ, ਦੇਵਤਾ। ਪਰਮਾਤਮਾ ਨੇ ਉਹਨੂੰ ਗਿਆਨ ਦੇ ਦਿੱਤਾ, ਦੀਵਾ ਜਗ ਪਿਆ ਉਹਦੇ ਅੰਦਰ ਗਿਆਨ ਦਾ।
ਇਹ ਨਹੀਂ ਹੁਣ ਵੀ ਆਪਾਂ ਦੇਵਤੇ ਲੱਭਦੇ ਫਿਰੀਏ। ਬੰਦਾ ਦੁਨੀਆ ਨੂੰ 33 ਕਰੋੜ ਦੇਵੀ ਦੇਵਤੇ ਹੈ, ਵੀ ਲੱਭੀਏ ਕਿੱਥੋਂ ਲੱਭਦੇ ਫਿਰਾਂਗੇ। ਚਾਨਣ ਲੈਣਾ ਇਸ ਗੁਰੂ ਦਾ, ਇਹ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਆਪਣੇ ਹਿਰਦੇ ਵਿੱਚ ਪ੍ਰਵੇਸ਼ ਕਰਨਾ ਹੈ। ਤੇ ਜੋ ਪ੍ਰਮਾਤਮਾ ਦੀ ਗੁਰਬਾਣੀ ਕਹਿੰਦੀ ਉਹ ਕਰਨਾ ਹੈ। ਤੇ ਉਹ ਵੀ ਦੇਵਤਾ ਮਾਨਸ ਤੇ ਕੀਏ ਦੇਵਤੈ ਕਰਤ ਨਾ ਲਾਗੀ ਬਾਰ। ਮਾਨਸ ਤੇ ਕੀਏ ਦੇਵਤੇ, ਮਾਨਸ ਤੇ ਮਨ ਜਿਹੜੇ ਮਨੁੱਖ ਤੋਂ ਦੇਵਤੇ ਕਰ ਦਿੰਦਾ, ਕਰਤ ਨਾ ਲਾਗੀ ਬਾਰ। ਉਹਨੂੰ ਕਰਨ ਲੱਗਿਆ ਕੋਈ ਸਮਾਂ ਨਹੀਂ ਲੱਗਦਾ। ਦੇਵਤੇ ਦਾ ਮਤਲਬ ਤਾਂ ਆਖਰੀ ਅਰਥ ਤੇ ਇਹ ਹੈ। ਫਿਰ ਅਸੀਂ ਕਹਿੰਦੇ ਵੀ ਪਤਾ ਨਹੀਂ ਉਹ ਕਿਤੇ ਉਹ ਸਮਾਨ ਵੱਲ ਰਹਿੰਦੇ ਹੋਣਗੇ, ਪਤਾ ਨਹੀਂ ਕਿੱਥੇ 33 ਕਰੋੜ ਦੇਵੀ ਦੇਵਤੇ ਰਹਿੰਦੇ ਹੋਣਗੇ। ਸਾਡਾ ਸਿਸਟਮ ਇਹ, ਬਾਬਾ ਨਾਨਕ ਇਹਨਾਂ ਨਾਲ ਸਹਿਮਤ ਨਹੀਂ। ਫਿਰ ਸਾਡਾ ਤਾਂ ਜੋ ਦੁਨੀਆ ਨੇ ਕਿਹਾ ਅਸੀਂ ਤਾਂ ਉਹੀ ਕਰਨਾ ਨਾ। ਜੋ ਦੁਨੀਆ ਨੇ ਕਿਹਾ ਵੀ ਫਲਾਣੇ ਦੇਵਤੇ ਨੂੰ ਮੰਨ ਲਾ, ਅੱਜ ਸ਼ਨੀ ਦੇਵਤਾ ਆ ਗਿਆ, ਅੱਜ ਸ਼ੁਕਰ ਦੇਵਤਾ ਆ ਗਿਆ, ਅੱਜ ਫਲਾਣਾ ਦੇਵਤਾ ਆ ਗਿਆ, ਉਹਨਾਂ ਦੇ ਮਗਰ ਹੀ ਤੁਰੇ ਫਿਰਨਾ। ਤੇ ਚਲੋ ਇਹਨਾਂ 5-6-7 ਦੇ ਤਾਂ ਨਾਂ ਲੈਂਦੇ, ਤੇ ਬਾਕੀ 33 ਕਰੋੜ ਦੇਵੀ ਦੇਵਤੇ ਦੇ ਨਾਂ ਇਹਨਾਂ ਨੂੰ ਗਿਣਾਉਣੇ ਚਾਹੀਦੇ ਨੇ ਵੀ ਹੈਗੇ ਐ। ਤੇ ਗੁਰੂ ਪਰਮਾਤਮਾ ਪਰਮੇਸ਼ਰ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ, ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ। ਉਹ ਪਰਮਾਤਮਾ ਹੀ, ਪਰਮਾਤਮਾ ਨੇ ਚਾਨਣ ਦੇਣਾ, ਜਿਸਨੂੰ ਤੂੰ ਜਣਾ ਹੈ ਸੋਹੀ ਜਨ ਜਾਣਾ। ਹੁਣ ਇਹ ਸਾਰਾ ਕੁਛ ਤੇ ਪਰਮਾਤਮਾ ਦੇ ਹੱਥ ਵਿੱਚ ਹੈ। ਇਹ ਸਾਰਾ ਕੁਛ ਪਰਮਾਤਮਾ ਦੇ ਹੱਥ ਵਿੱਚ। ਜਿਹੋ ਜੀ ਪਰਮਾਤਮਾ ਨੇ ਕਿਸੇ ਨੂੰ ਮੱਤ ਦਿੱਤੀ, ਉਹੋ ਜਿਹੇ ਕਰਮ ਕਰੀ ਜਾਂਦਾ। ਹੁਣ ਬੰਦੇ ਦੇ ਵਾਸਤੇ ਤਾਂ ਗੱਲ ਨਹੀਂ। ਆਪਾਂ ਕਈ ਵਾਰ ਕਹਿੰਦੇ ਨਾ, ਆਹ ਫਲਾਣੇ ਬੰਦੇ ਦੀ ਮੱਤ ਮਾਰੀ ਗਈ। ਮੱਤ ਮਾਰਨ ਵਾਲਾ ਕੌਣ ਸੀ? ਮੱਤ ਮਾਰੀ ਗਈ। ਆਹ ਕਈ ਥਾਵਾਂ ਤੇ ਬਹੁਤ ਐਕਸੀਡੈਂਟ ਹੁੰਦੇ ਨੇ। ਬੰਦਾ ਰੋਜ਼ ਗੱਡੀ ਪਤਾ ਨਹੀਂ ਕਿੰਨੇ 1000 ਕਿਲੋਮੀਟਰ 2000 ਕਿਲੋਮੀਟਰ, ਕਈ ਪਤਾ ਨਹੀਂ ਸਾਰੇ ਦੇਸ਼ਾਂ ਦਾ ਚੱਕਰ ਲਾ ਆਉਂਦੇ ਨੇ, ਚਲਾਉਂਦੇ ਰਹਿੰਦੇ ਨੇ, ਤੇ ਕਿਤੇ ਕੋਈ ਐਕਸੀਡੈਂਟ ਨਹੀਂ ਹੁੰਦਾ। ਤੇ ਜਦੋਂ ਐਕਸੀਡੈਂਟ ਹੋਣ ਲੱਗਦਾ ਹੈ ਉਦੋਂ ਪਤਾ ਵੀ ਨਹੀਂ ਲੱਗਦਾ। ਆ ਬੰਦਾ ਇਹ ਕਰਨਾ ਕਿੰਨੇ? ਪਰਮਾਤਮਾ ਨੇ। ਕਿੱਥੋਂ ਕਿੱਥੋਂ ਤੱਕ ਤੁਰੇ ਫਿਰਦੇ, ਕੀ ਕਰਦੇ ਫਿਰਦੇ ਆਪਾਂ, ਕਿੱਥੇ ਕਿੱਥੇ ਜੰਗਲਾਂ 'ਚ ਤੁਰੇ ਫਿਰਦੇ ਰਹੇ, ਬੜਾ ਕੁਛ ਕਰਦੇ। ਹੁਣ ਦੇਖਦੇ ਨਾ, ਕਿਸਾਨ ਜਦੋਂ ਰਾਤ ਨੂੰ ਪਾਣੀ ਲਾਉਣ ਜਾਂਦਾ ਹੈ, ਖੁੱਡਾਂ ਹੁੰਦੀਆਂ ਨੇ ਉੱਤੇ, ਕਈ ਵਾਰ ਖੁੱਡਾਂ, ਉਸੇ ਖੁੱਡ ਦੇ ਵਿੱਚ ਸੱਪ ਹੁੰਦਾ ਹੈ, ਕਈ ਵਾਰ ਸੱਪ 'ਤੇ ਪੈਰ ਵੀ ਰੱਖਿਆ ਜਾਂਦਾ ਹੈ, ਨਹੀਂ ਡੰਗ ਮਾਰਦਾ। ਇਹ ਗੁਰਮੁਖ ਪਿਆਰੋ ਪਰਮਾਤਮਾ ਦੇ ਹੱਥ 'ਚ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਜੇ ਸਮਝ ਆ ਜਾਵੇ ਤਾਂ। ਵੀ ਅਸੀਂ, ਗੁਰੂ ਸਾਹਿਬ ਜੀ ਕਹਿੰਦੇ ਵੀ ਆਪਾਂ ਕੀ ਸਮਝ ਲਿਆ? ਆਪਾਂ ਸਮਝ ਲਿਆ ਵੀ ਫਲਾਣੇ ਦੀ ਦੇਵੀ ਦੇਵਤੇ ਦੀ ਪੂਜਾ ਕਰੋ। ਬਹੁਤ ਲੋਕ ਕਰਦੇ, ਚਲੋ ਕਰੀ ਜਾਣ, ਜਿਨ੍ਹਾਂ ਦੀ ਮੱਤ ਦੇ ਵਿੱਚ ਹੈ ਉਹ ਕਰੀ ਜਾਣ, ਉਹਨਾਂ ਦਾ ਕੋਈ ਗੱਲ ਨਹੀਂ। ਉਹਨਾਂ ਦੀ ਮੱਤ ਦੇ ਵਿੱਚ, ਉਹਨਾਂ ਦੇ ਧਰਮ ਤੇ ਪੱਕੇ। ਹੁਣ ਮੁਸਲਮਾਨ ਨੇ 5, ਮੁਸਲਮਾਨ ਤਾਂ ਪੱਕਾ ਉਹੀ ਆ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਜਿਹੜਾ 5 ਨਵਾਜ਼ਾਂ ਕਰਦਾ, ਮੁਸਲਮਾਨ ਕਰੇ, ਪਰਮਾਤਮਾ ਦੀ ਉਸਤਤ ਕਰਦਾ। ਹੁਣ ਆਪਾਂ ਨੂੰ ਰਿਸਪੈਕਟ ਦਿੱਤਾ ਹੈ ਜਿਹੜਾ ਪਰਮਾਤਮਾ ਵੱਲੋਂ ਵੀ, ਤੂੰ ਭਾਈ ਅੰਮ੍ਰਿਤ ਵੇਲੇ ਬਾਣੀ ਦੀ ਸਟੱਡੀ ਕਰ। ਬਾਣੀ ਨੂੰ ਪੜ੍ਹਨਾ ਸਟੱਡੀ ਹੈ, ਔਰ ਸ਼ਾਮ ਨੂੰ ਵੀ ਸਟੱਡੀ ਕਰਕੇ ਵੀ ਗੁਰਬਾਣੀ ਤੇਰੇ ਮਨ 'ਚ ਹਲੂਣਾ ਮਾਰੇਗੀ। ਗੁਰਬਾਣੀ ਤੈਨੂੰ ਦੱਸੇਗੀ ਵੀ ਆਹ ਕਰ, ਆਹ ਕਰ, ਆਹ ਕਰ, ਤੇ ਫਿਰ ਉਹ ਕਰੀ ਚੱਲ, ਉਹ ਕਰੀ ਚੱਲ। ਤੇ ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਵੀ ਜਿਨ੍ਹਾਂ ਦੀਆਂ ਉਹ ਮੱਤਾਂ ਨੇ ਕਰਨ, 5 ਵਾਰੀ ਪੜ੍ਹਨ, 10 ਵਾਰੀ ਪੜ੍ਹਨ, ਸਾਰੀ ਰਾਤ। ਹੁਣ ਜਿਹੜੇ ਹਿੰਦੂ ਮੱਤ ਦੇ ਵਿੱਚ ਜਗਰਾਤੇ ਰਾਤ ਨੂੰ ਹੁੰਦੇ ਨੇ, ਆਪਣੇ ਜਿੰਨੇ ਪ੍ਰੋਗਰਾਮ, ਆਪਣੇ ਵੀ ਚਲੋ ਦੀਵਾਨ ਕਈ ਵਾਰ ਰਾਤ ਨੂੰ ਲੱਗਦੇ ਨੇ, ਪਰ ਆਪਣੇ ਸੀਮਤ ਹੁੰਦੇ ਨੇ। ਉਹਨਾਂ ਦਾ ਸਾਰਾ ਰਾਤ ਹੀ ਜਗਰਾਤਾ। ਕਹਿੰਦੇ ਜਗਰਾਤਾ ਕਰਾਂਗੇ ਤੇ ਰੱਬ ਮੰਨਣਾ। ਉਹਨਾਂ ਦੇ ਦੇਵੀ ਦੇਵਤੇ ਰਾਤ ਨੂੰ ਮੰਨਦੇ ਨੇ, ਆਪਣੇ ਦੇਵੀ ਦੇਵਤੇ ਨਹੀਂ ਮੰਨਦੇ। ਆਪਣੇ ਤਾਂ ਬਾਬਾ ਨਾਨਕ ਕਹਿੰਦਾ ਵੀ ਹਰ ਟਾਈਮ ਹੀ ਰੱਬ ਨੂੰ ਚੇਤੇ ਰੱਖ। ਉਹ ਕਹਿੰਦਾ ਇਹ ਨਹੀਂ ਮੰਨਦਾ। ਚਲੋ ਜੋ ਪਰਮਾਤਮਾ ਨੇ, ਉਹ ਵੀ ਪਰਮਾਤਮਾ ਨੇ ਉਹਨਾਂ ਦੇ ਹਲੂਣਾ ਮਾਰਿਆ, ਉਸ ਤਰ੍ਹਾਂ ਦਾ ਕੰਮ ਕਰਦੇ ਨੇ। ਜੇ ਉਹਨਾਂ ਨੂੰ ਜਿਹੋ ਜੀ ਮੱਤ ਚੰਗੀ ਲੱਗੀ ਉਹੋ ਜੀ ਬਹੁਤ ਧਾਰਨ ਕੀਤੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਆਪਾਂ ਜੋ ਗੁਰਬਾਣੀ ਦੀ ਉਹਨਾਂ ਨੇ ਵਿਚਾਰ ਕੀਤੀ, ਬੜੇ ਸੋਹਣੇ ਤਰੀਕੇ ਨਾਲ ਕੀਤੀ। ਇਹ ਵੀ ਹਿੰਦੂ ਮੱਤ ਦੇ ਸੀ, ਉਹਨਾਂ ਨੇ ਸਿੱਖ ਮੱਤ ਅਡੋਪ ਕਰ ਲਈ। ਹਿੰਦੂ ਮੱਤ ਦੇ ਸੀ, ਸਿੱਖ ਮੱਤ ਅਡੋਪ ਕਰ ਲਈ। ਵੀ ਉਹ ਕਿੱਡਾ ਵੱਡਾ ਪਰਉਪਕਾਰ ਕਰ ਦਿੱਤਾ ਦੁਨੀਆ ਦੇ ਉੱਤੇ, ਕਿੱਡਾ ਵੱਡਾ ਪਰਉਪਕਾਰ ਕਰਤਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ। ਬਹੁਤ ਨੇ। ਭਗਤ ਪੂਰਨ ਸਿੰਘ ਜੀ ਵੀ ਪਹਿਲਾਂ ਹਿੰਦੂ ਮੱਤ ਦੇ ਸੀ, ਉਸ ਤੋਂ ਬਾਅਦ ਉਹਨਾਂ ਨੇ
ਜਦੋਂ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਤਾਂ ਪਰਮਾਤਮਾ ਵਸਦਾ, ਬਾਕੀ ਥਾਵਾਂ 'ਤੇ ਨਹੀਂ, ਤੇ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਭਗਤ ਪੂਰਨ ਸਿੰਘ, ਹੈ ਵੀ ਪੂਰਨ ਸੀ, ਪੂਰਨ ਤੌਰ 'ਤੇ ਹੀ ਭਗਤ ਸੀ, ਰੱਬ ਨੂੰ ਧਿਆ ਕੇ ਉਹਨਾਂ ਨੇ ਭਗਤੀ ਕੀਤੀ ਤੇ ਰੱਬ ਨੂੰ ਧਿਆ ਕੇ ਸੇਵਾ ਕੀਤੀ। ਗੁਰੂ ਪਰਮਾਤਮਾ ਪਰਮੇਸ਼ਰ ਸਾਡੇ 'ਤੇ ਕਿਰਪਾ ਕਰੇ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ, ਏਕ ਕ੍ਰਿਸ਼ਨ ਸਭ ਦੇਵਾ, ਦੇਵ ਦੇਵਾ ਤਾਂ ਆਤਮਾ। ਗੁਰੂ ਸਾਹਿਬ ਜੀ ਕਹਿੰਦੇ ਦੇਵ ਦੇਵਤਾ ਤਾਂ ਆਤਮਾ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਦੇਵਤਿਆਂ ਦਾ ਵੀ ਆਤਮਾ ਹੈ, ਪਰਮਾਤਮਾ ਜਿਹੜਾ ਦੇਵਤਿਆਂ ਦਾ ਵੀ ਆਤਮਾ ਹੈ। ਗੁਰੂ ਸਾਹਿਬ ਨੇ ਕਿਹਾ ਦੇਵ ਦੇਵਾ ਤਾਂ ਆਤਮਾ। ਤੇ ਅੱਗੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਆਤਮਾ ਬਾਸ ਦਿਵਸ ਜੇ ਕੋ ਜਾਣੇ ਭਿਓ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਮਝਾਉਣਾ ਦਿੱਤਾ, ਵਾਸਦੇਵ ਸ਼ਬਦ ਦਾ ਵੀ ਅੱਖਰੀ ਅਰਥ ਮਤਲਬ ਬਣਦਾ ਹੈ ਪਰਮਾਤਮਾ, ਤੇ ਪਰ ਕਈ ਵਾਸਦੇਵ ਦੇਵਤੇ ਨੂੰ ਧਿਆਉਂਦੇ ਨੇ, ਉਹ ਕਹਿੰਦੇ ਵੀ ਸਾਡੇ ਚਲੋ ਨਾਂ ਰੱਖ ਦਿੱਤਾ, ਕਰ ਦਿੱਤਾ, ਕਹਿੰਦੇ ਵੀ ਵਾਸਦੇਵ ਦੇਵਤਾ ਬਹੁਤ ਵਧੀਆ ਹੈ, ਤ੍ਰਿਕੋਣੀ ਪਤਾ ਨਹੀਂ ਤ੍ਰਿਕੋਣੀ ਦਾ ਕਹਿੰਦੇ ਦੇਵਤਾ ਹੈ, ਤ੍ਰਿਲੋਕੀ ਦਾ ਦੇਵਤਾ ਕਹਿੰਦੇ ਕਿ ਤ੍ਰਿਕੋਣੀ ਦਾ ਦੇਵਤਾ ਕਹਿੰਦੇ ਵਾਸਦੇਵ ਨੂੰ। ਚਲੋ ਹੋਏਗਾ, ਉਹਨੇ ਪਰਮਾਤਮਾ ਦੀ ਪ੍ਰਥਾਏ ਜਿੰਨੀ ਭਗਤੀ ਕੀਤੀ, ਜਿੰਨੀ ਕੁ ਉਹਦੇ 'ਚ ਹੈ ਪਾਵਰ ਸ਼ਕਤੀ ਆਪਣੇ ਮੁਤਾਬਕ, ਪਰ ਆਪਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਜੋ ਮਨੁੱਖ ਪ੍ਰਭੂ ਦੀ ਆਤਮਾ ਦਾ ਭੇਤ ਜਾਣ ਲੈਂਦਾ ਹੈ, ਗੁਰੂ ਸਾਹਿਬ ਜੀ ਨੇ ਕਿਹਾ ਆਤਮਾ ਬਾਸ ਦਿਵਸ ਜੇ ਕੋ ਜਾਣੈ ਭਿਓ। ਇੱਥੇ ਵੀ ਅੱਖਰੀ ਅਰਥ ਕੀਤੇ ਵਾਸਦੇਵ, ਜਿਵੇਂ ਸ਼ਬਦ ਕ੍ਰਿਸ਼ਨ ਦਾ ਅਰਥ ਪਰਮਾਤਮਾ ਵੀ ਹੈ, ਤਿਵੇਂ ਕ੍ਰਿਸ਼ਨ ਜੀ ਦਾ ਇਹ ਨਾਮ ਵੀ ਪਰਮਾਤਮਾ ਅਰਥ ਲੈਣਾ, ਵਾਸਦੇਵ ਵੀ ਪਰਮਾਤਮਾ ਹੈ, ਵੀ ਪਰਮਾਤਮਾ ਦਾ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਆਤਮਾ ਬਾਸ ਦਿਵਸ ਜੇ ਕੋ ਜਾਣੈ ਭਿਓ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੋ ਮਨੁੱਖ ਪਰਮਾਤਮਾ ਦੇ ਆਤਮਾ ਦਾ ਭੇਤ ਜਾਣ ਲੈਂਦਾ, ਇਹ ਕਿਉਂਕਿ ਇਹ ਆਪਣੇ ਤੇ ਜਿਹੜੀ ਜਿੰਦ ਜਾਨ ਪਾਈ ਹੈ ਇਹ ਪਰਮਾਤਮਾ ਦੀ ਹੈ, ਜਿੰਦ ਜਾਨ ਪਾਈ ਹੈ ਇਹ ਪਰਮਾਤਮਾ ਦੀ, ਤੇ ਪਰਮਾਤਮਾ ਦੀ ਜਿੰਦ ਜਾਨ ਨੂੰ ਜਿਹੜਾ ਸਮਝ ਲੈਂਦਾ ਹੈ ਵੀ ਇਹ ਸਰੀਰ ਵੀ ਪਰਮਾਤਮਾ ਦਾ ਹੈ, ਜਾਨ ਵੀ ਪਰਮਾਤਮਾ ਦੀ ਹੈ, ਤੇ ਪਰਮਾਤਮਾ ਦਾ ਹੀ ਧੰਨਵਾਦ ਕਰਨਾ ਚਾਹੀਦਾ ਹੈ। ਹੁਣ ਗੱਲ ਤਾਂ ਇੱਥੇ ਆ ਗਈ ਨਾ, ਅਸੀਂ ਬੰਦੇ ਦੇ ਮਗਰ ਲੱਗ ਪਏ ਵੀ ਇਹ ਤਾਂ ਬੜਾ ਪੁੱਜਿਆ ਅੱਜਿਆ, ਵੀ ਉਹ ਤਾਂ ਬਹੁਤ ਉੱਚੇ ਲੈਵਲ ਦਾ ਬੰਦਾ ਹੈ, ਜੋ ਉਹਨੇ ਕਹਿ ਦਿੱਤਾ ਮੈਂ ਉਹੀ ਕਰਨਾ। ਇਸੇ ਅਖੀਰਲੀ ਸ਼ਬਦ ਦੇ ਅਰਥ ਦੱਸੇ ਨੇ ਗੁਰੂ ਸਾਹਿਬ ਜੀ ਨੇ, ਨਾਨਕ ਤਾ ਕਾ ਦਾਸ ਹੈ ਸੋਹੀ ਨਰੰਜਨ ਦੇਉ। ਨਰੰਜਨ ਮਤਲਬ ਹੁੰਦਾ ਅੰਜਨ, ਮਾਇਆ ਦੀ ਰਹਿਤ, ਮਾਇਆ ਰੂਪ ਕਾਲਖ ਤੋਂ ਰਹਿਤ ਪਰਮਾਤਮਾ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਉਸ ਮਨੁੱਖ ਦਾ ਦਾਸ ਹੈ ਜੋ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਜੋ ਪਰਮਾਤਮਾ ਨੂੰ ਧਿਆਉਂਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਜੋ ਪਰਮਾਤਮਾ ਦਾ ਰੂਪ ਹੋ ਜਾਂਦਾ। ਹੁਣ ਗੁਰੂ ਅੰਗਦ ਦੇਵ ਮਹਾਰਾਜ ਦਾ ਗੁਰੂ ਕੌਣ ਸੀ? ਗੁਰੂ ਨਾਨਕ ਦੇਵ ਮਹਾਰਾਜ ਜੀ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਹੋ ਗਏ? ਪਰਮਾਤਮਾ ਦੇ ਵਿੱਚ ਭੇਤ ਹੋ ਗਏ, ਇੱਕ ਹੋ ਗਏ, ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ, ਜਿਨ੍ਹਾਂ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਉਹਨਾਂ ਦੇ ਵਿੱਚੋਂ ਰੱਬ ਹੀ ਦਿਖਿਆ। ਜਦੋਂ ਗੁਰਮੁਖ ਪਿਆਰਿਓ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਚੱਲਦੇ ਸੀ, ਗੁਰੂ ਨਾਨਕ ਦੇਵ ਮਹਾਰਾਜ ਰਹਿੰਦੇ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਉਹਨਾਂ ਤੋਂ ਕਰਵਾਉਂਦਾ ਸੀ ਉਹਨਾਂ ਨੂੰ ਰੱਬ ਦਿਖਦਾ ਸੀ ਵੀ ਇਹ ਰੱਬ ਦੀ ਕਲਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਆਪਾਂ ਵੀ ਉਹਨਾਂ ਦੇ ਸੇਵਕ ਹਾਂ ਜਿਨ੍ਹਾਂ ਦੇ ਵਿੱਚੋਂ ਰੱਬ ਦਿਖਦਾ ਹੈ। ਰੱਬ ਦਿਖਦਾ, ਜਿਹੜਾ ਰੱਬ ਦੇ ਪ੍ਰਥਾਏ ਕਰਮ ਕਰਦਾ ਰੱਬ ਉਹਦੇ 'ਚੋਂ ਦਿਖਣਾ ਹੈ, ਤੇ ਜਿਹੜਾ ਰੱਬ ਤੋਂ ਉਲਟ ਕਰਦਾ ਹੈ, ਹੋਰਾਂ ਦੇ ਮਗਰ ਲੱਗ ਕੇ ਮਨੁੱਖਾਂ ਦੇ ਮਗਰ ਝਲਕ ਰੱਖਦਾ ਹੈ, ਉਹਨੇ ਤਾਂ ਰੱਬ ਉਹੋ ਜਿਹਾ ਹੀ ਰਹਿਣਾ, ਉਹਨੇ ਤਾਂ ਰੱਬ ਉਹੋ ਜਿਹਾ ਹੀ ਰਹਿਣਾ। ਇਸ ਕਰਕੇ ਗੁਰਮੁਖ ਪਿਆਰੋ ਪਰਮਾਤਮਾ ਸਾਡੇ 'ਤੇ ਕਿਰਪਾ ਕਰੇ। ਸਾਨੂੰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਉਣਾ ਕੀਤਾ ਹੈ, ਬੰਦੇ ਦਾ ਨਾਮ ਹੋ ਸਕਦਾ ਹੈ, ਬੰਦੇ ਦਾ ਨਾਮ ਪਰਮਾਤਮਾ। ਹੁਣ ਕਈਆਂ ਦੇ ਨਾਂ ਨਾਨਕ ਰੱਖੇ ਨੇ, ਕਈਆਂ ਦੇ ਨਾਂ ਨਾਨਕ ਸਿੰਘ ਰੱਖਿਆ ਹੈ, ਕਈਆਂ ਨੇ ਨਾਨਕ ਸਿੰਘ ਰੱਖਿਆ, ਤੇ ਉਹ ਸ਼ਾਇਦ ਕੰਮ ਕਰਦੇ, ਚਲੋ ਕਰਦੇ ਹੋਣ ਜਾਂ ਨਾ ਕਰਦੇ, ਉਹਨੂੰ ਪਰਮਾਤਮਾ ਨੂੰ ਪਤਾ ਹੈ
कई नानक सिंह वाले ना करते होणगे, कोशिश करते होणगे, तो कई कहते होणगे भी नहीं साड़ा ना ही नानक है, तो पर उल्ट कईयां दे हुण गोबिंद सिंह ना रखे ने, गोबिंद सिंह वाले, जिवें अपना भी समरोल थां जगह के उत्ते गोबिंद बैठा है, श्रोमणी कमेटी का प्रधान गोबिंद बैठा है ना, वो गुरु गोबिंद सिंह वाले काम थोड़ा करता है, गुरु गोबिंद सिंह वाले थोड़ा काम करता है, ना किसी का भी हो सकता है। राम रख लिया, कृष्ण रख लिया, पर वो जे काम तो नहीं ना कर सकता। तो जे कोई करता है, कोशिश करता है, तो वाह वाह, उन्होंने दुनिया कहती वाह वाह भी तेरा नाम ही ये सी, ते पर तू काम भी उहो जे करदा। हुण कईयां दे नाम दे ना गुरबचन सिंह ना हुंदा, गुरबचन सिंह गुस्ताखी माफ करना, कईयां नूं गुस्सा लगदा है भी साडा नां है, तो उन्हां कोल कई बार गुरु का शब्द एक भी नहीं हुंदा। गुरबचन सिंह मतलब दा गुरु का वचन, भी तेरे कोल गुरु का वचन होवे, पर उन्हां दा कोई नां रखिया तो गुरु का वचन उन्हां कोल कोई भी नहीं। ना तो दुनिया ते रख लेंदे, ते कई ना तो जींदे ने भी मेरा नां है, मेरे नां नूं कोई कलंक ना लग जे, मेरा नां किते कोई दुनिया दे विच बैठ के गलत ना कह दवे। ये गुरु परमात्मा परमेश्वर की जिंदे ते किरपा हुंदी है, जिस मालक दी ਉਹੀ ਗੁਰਮੁਖ ਪਿਆਰੋ ਕਰ ਸਕਦਾ ਹੈ, नहीं तो वरना ना नूं, क्योंकि सानू माया ने खिंच लेना है, माया ने जिधर नूं खिंच लिया, जिधर नूं मर्जी जावे। ये हुण वड्डे वड्डे श्रोमणी कमेटी के उत्ते बैठे ने, ये लिफाफे चों तां निकलदे ने, राजनीतिकां दे हत्थां चों तां निकलदे ने, ते किवें अपने नां नूं कमा लैणगे। उन्हां दे प्रथाएं ते जींदे ने, उन्हां दे प्रथाएं जींदे ने, क्योंकि सारा इन्हां दा आर्थिक विवस्था जिहड़ी चलदी है उन्हां दे मुताबक चलदी है। जो हुक्म कह देण, जो कहण भी तुसीं पंथ नूं हुक्म देना है, उही दे देना इन्हां ने, इस तरह कर दिओ, आ कर दिओ। पर परमात्मा दे प्रथाएं जे तुहानूं ड्यूटी मिल गई है तो ड्यूटी नूं सही करो। आ पिछले दिन आपां देखिया ना की होया, 328 ਸਰੂਪਾਂ ਦੀ इन्हां ने कोई लेखा जोखा नहीं, कोई पता नहीं कित्थे मिस करते, किधर चले गए। ਸਿੰਘਾਂ ने उत्थे इन्हां दे कहण दे मुताबक ही ਸਿੰਘਾਂ ने उत्थे धरना लाता भी उन्होंने सज़ा दिओ, तो इन्हां ने गोलियां भी चलाइयां, इन्हां ने बड़ा कुछ किया, तलवारां नाल कट्टे भी, सब कुछ किया है बंदियां नूं। ते किहदी आड़ विच, दुनिया की आड़ विच। परमात्मा की बाणी तां नहीं ये कहिंदी, परमात्मा की बाणी तां नहीं ये कहिंदी भी बंदिया तू इस तरह के काम कर, गुरुद्वारियां च गोलियां चलणियां, गुरुद्वारियां च तलवारां चलणियां, गुरबाणी तो नहीं कहिंदी। हाँ, जिहड़ा सिस्टम बनिया उन्होंने फॉलो करो। गुरु परमात्मा परमेश्वर की बाणी ने सानू ये समझाउणा कीता है। अज दे इस शब्द विच, ये शब्द सी 2 पंक्तियां वाला गुरु अंगद देव महाराज का, अगे शब्द गुरु नानक देव महाराज का फिर आ गया आसा दी वार विच। इसकी आपां गुरबाणी पढ़ के, वैसे आपां रोज़ ही ये बाणी तकरीबन पढ़ते हैं, तो जिंदे करके अपना जीवन सोहना बन सकता है जे आपां समझ लीए चंगी तरह। महला पहला, कुंबे बद्दा जल रहे, जल बिन कुंभ ना होए, ज्ञान का बद्दा मन रहे, गुर बिन ज्ञान ना होए। इस शब्द विच गुरु नानक देव महाराज जी ने की कहा है, जे ये समझण वाला है, समझण का विषय है। बाबा नानक कहता है भी जिहड़ा कुंभ हुंदा है, कुंभ कहते घड़े नूं, घड़ा, घड़ा ऐटोमैटिक तो नहीं बनता, परमात्मा ऐटोमैटिक तो नहीं बना के भेज दिंदा, बंदा ही बनाउंदा है उहनूं। ते बनदा किवें है? बाबे नानक ने सारा विच लिखिया है भी घड़ा किवें बनदा है। पानी तो बिना घड़ा नहीं बनता, आपां सारिआं नूं पता है। इट्टां पानी तो बिना नहीं बनदियां, इट्टां पानी तो बिना नहीं ना बनदियां। सीमेंटड पानी तो बिना नहीं लगता। सीमेंट पत्थर पी के, दास ने दा पतरातू एक जगह आउंदी है बिहार दे विच, उत्थे फैक्ट्री है जिथे सीमेंट बनदा है। वो देखिया होया सारा सिस्टम सीमेंट किवें बनदा है। चलो विच कैमीकल भी पाउंदे ने, होर पत्थर नूं पी के ते विच कैमीकल भी पाउंदे ने। वो जिहो जी मजबूती होवे, जिहो जिहा करना होवे, उन्हां ने पा दिंदे ने। ते गुरमुख प्यारिओ, हुण गुरु साहब जी कहंदे भी जिहड़ा घड़ा है,
घड़ा जिहड़ा सब तो पहला घुमियार की करदा है? सब तो पहला मिट्टी किहड़ी लभदा है? चीकनी मिट्टी लभदा है। चीकनी मिट्टी लभदा, वो किंदी बनाई हुई है? परमात्मा दी। मिट्टी जिहड़ी धरती जिंदे ते आपां बैठे हैं किंदी बनाई है? परमात्मा दी। फिर मिट्टी दे विच पानी पाउंदा है, उहनूं गौंदा है, सारिਆਂ ਨੂੰ पता तकरीबन, गो के फिर उहनूं चकरी ते चढ़ाउंदा है जिथे उहने बनाउणा हुंदा है। उस तरीके नाल लेप लेप बना बना के बना दिंदा है। फिर उहनूं मिट्टी दे विचों पानी नूं सुकाउंदा है, फिर ही वो बनदा है वधिया। तो फिर उहनूं अग ते चढ़ाउंदा है। फिर वो अग नहीं, कोले वाली अग नहीं, जिहड़ी कोले दूजे अग ते चढ़ाउंदा है, जिहड़ी लक्कड़ां वाली अग हुंदी। देखो वो सिस्टम किस तरह का बनाउंदा है। किते घड़े बनते देखना ये किस तरह बनते ने। तो गुरमुख प्यारो, हुण गुरु साहब जी कहंदे कुंभे बद्दा जल रहे, जल बिन कुंभ ना होए। बंदिया तैनू बनाया रब ने है, ते मन तेरा अंदर है, जो मर्जी करी जावे, पर बनाया तो रब ने है ना। बनाया तो तेनू रब ने है, जो मर्जी तेरा मन करी जावे, पर रब नू याद रख, रब नू याद रख करके कर्म कर। इस करके ज्ञान जिहड़ा है, गुरु साहब जी कहते ज्ञान का बद्दा मन रहे। किन्ने गुलाम पा के रखनी। हुण आपां मशीनरी चलाउणे हैं, मशीनरी दे विच इंजन हुंदा है, उहनूं चलाउण वास्ते रेस करनी पैंदी, गेयर लाउणा पैंदा है, नाल ब्रेक भी लगी हुंदी। जे ब्रेक फेल हो जावे, ब्रेक फेल हो जावे तो की हुंदा है? कई बार आपां देखते गड्डियां खड्डियां च डिग पैंदियां ने, दरख्तां नाल कि टोहियां टिब्बियां च डिग के बंदे विच खत्म हो जाते हैं कि ब्रेक लगी नहीं। हुण गुरु साहब जी कहंदे ज्ञान का बद्दा मन रहे। इस ज्ञान दे नाल ही इस मन ने जिहड़ा अंदर है ना साडे, जिहड़ा पासे भज्जा फिरदा है, भड़कदा फिरदा है। जिवें अज दा विषय अज की चल रहा है? वर्त। वाह भी वाह, ये मत साडी नहीं है। वर्त काहदे वास्ते रखिया जांदा? जिन्नी क दास नूं ज्ञान, क्योंकि उन्हां दे नाल असीं गलबात करदे ही रहिंदे। वो कहंदे भी पत्नी पति वास्ते रखदी वर्त, ओहो ही पत्नी पति नूं मरवा भी दिंदी है। वर्त रखदी है पति वास्ते। गुरबाणी दे विच गुरमुख प्यारो जो लिखिया, छोडे अन करै पखंड, ना ओ सुहागण ना ओ रंड। किने कहा? बाबे नानक ने। बाबा नानक कहंदा है भी तू किसे बदले अपने पति नूं सुख देना है, पति दी तू मंगनी भी आजू वध जावे, उम्र वध जावे, पति दी आजू वध जावे, उम्र वध जावे, वो इस तरह वधनी है। गुरु साहब जी ने जे सानू सवास बनाए, सवास रोजाना चलते ना, तो गुरु साहब जी ने सानू भोजन दिता भी खा ते इहदे नाल शरीर दे नाल काम कर। वर्त एक दिन एक गुरमुख प्यारा मिलिया, जदों आ करोना चली ना, करोना दे विच सिस्टम भी ये खाण पीण तो चलिया है, तो वह पता की कहंदा, उत्थे काफ़ी गुरमुख प्यारे इकट्ठे होए, कहंदे भी आ चंगा कीता सी उन्होंने, आ वर्त वुरत रखे सी, वाह भी रोजे रखे सी। गुरबाणी ये चीज़ ना सहमत नहीं है। परमात्मा ने यह शरीर बनाया तो रोज़ चलता, तो रोज़ इनू खाण वास्ते चाहिए, रोज़ चलता ना शरीर। परमात्मा नू तो पता ही नहीं सी। परमात्मा पहले लिख के भेज दिंदा भी तू 10 दिन रोटी नहीं खानी, तो 11वें दिन रोटी खाया करनी, एक दिन रोटी खाया करनी। ये गुरु साहब ने सानू समझाउणा कीता है भी भाई इहो जिहा काम ना करो, इहो जिहा काम ना करो। मत चलो किसे दी होवे, आपां नूं उन्हां दे मतलब नहीं है। साडी गुरु सिੱਖੀ ਦਾ सिद्धांत है भी हर रोज़ खाओ पीओ, पर खाओ पीओ किहो जिहा भी ਉਹ खाओ पीओ जिंदे नाल ਤੁਹਾਡਾ शरीर ते मन खराब ना होवे। जित खाद्या तन पीड़ी है, मन में चले वकार। ओहो जिहा खाना ना खाओ। तो बाबा फरीद की कहंदा है, रुखा मिस्सा खा फरीदा, ठंडा पानी पीओ जियो। रोजाना खाना है, सादा खाओ, सही रहो।
ਸਾਦਾ ਖਾਓ, ਸਹੀ ਖਾਓ, ਪਰ ਰਹੋ ਵੀ ਸਹੀ। ਤੇ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਇਹ ਗਿਆਨ ਦਾ, ਇਹ ਸਾਨੂੰ ਅਗਿਆਨਤਾ ਦਾ ਅੰਧੇਰਾ ਹੈ। ਜਿਵੇਂ ਕਿਸੇ ਨੇ ਕਹਿ ਦਿੱਤਾ ਵੀ ਇੰਨੇ ਦਿਨ ਤੁਸੀਂ ਭੁੱਖੇ ਰਿਹਾ ਜੋ, ਕੋਈ ਰੋਜੇ ਰੱਖ ਲਿਆ, ਕਿਸੇ ਨੇ ਵਰਤ ਰੱਖ ਲਿਆ, ਕਿਸੇ ਨੇ ਕਰਵਾ ਚੌਥ ਕਰ ਲਿਆ। ਫਿਰ ਦੇਖੋ ਵੀ ਅਸੀਂ ਸਾਰਾ ਦਿਨ ਤੇ ਕੁਝ ਖਾਧਾ ਨਹੀਂ, ਸਾਰਾ ਦਿਨ ਤੋਂ ਖਾਧਾ ਨਹੀਂ, ਤੇ ਜਦੋਂ ਰਾਤ ਨੂੰ ਉਹ ਦਿਖ ਪਿਆ ਤੇ ਫਿਰ ਅਸੀਂ ਢਿੱਡ ਪਾੜਨ ਤੱਕ ਜਾਣਾ। ਰੱਬ ਕਹੇਗਾ ਵੀ ਤੂੰ ਆਪਣੀ ਮਸ਼ੀਨਰੀ ਨੂੰ, ਆਪਣੇ ਸਰੀਰ ਨੂੰ ਖਰਾਬ ਕਰ ਰਿਹਾ ਹੈ, ਖਰਾਬ ਕਰ ਰਹੇ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਆਪਣੀ ਮੱਤ ਤੇ ਨਹੀਂ ਹੈ, ਪਰ ਅਸੀਂ ਦੂਸਰਿਆਂ ਦੀ ਮੱਤਾਂ ਤੇ ਲੱਗ ਕੇ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਬਾਣੀ ਨੂੰ ਵਿਸਾਰ ਦੇਣਾ। ਅੱਜ ਪਵਿੱਤਰ ਹੁਕਮਨਾਮਾ ਆਇਆ ਸੀ, ਜਿਸ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਕੀ ਵਿੜ ਲਾਏ। ਪੱਕਾ, ਜਿਹੜੇ ਤਨ ਤੋਂ ਬਾਣੀ ਵਿਸਰ ਗਈ ਨਾ, ਵੀ ਬਾਣੀ ਨੂੰ ਨਹੀਂ ਮੰਨਿਆ, ਤੇ ਉਹ ਕੋੜੀਆਂ ਵਾਲੀ ਜ਼ਿੰਦਗੀ ਜੀਵੇਗਾ, ਕੋੜੀਆਂ ਵਾਲੀ। ਤੇ ਹੁਣ ਦੇਖ ਲਓ, ਆਪਾਂ ਗੁਰਬਾਣੀ ਦੇ ਮੁਤਾਬਕ ਆਪਾਂ ਜੇ ਸਿੱਖ ਲਾਉਣੇ ਨਾ, ਆਪਣੇ ਨਾਂ ਦੇ ਨਾਂ ਤੇ ਸਿੰਘ ਲਾਉਣੇ ਆ, ਤੇ ਆਪਾਂ ਨੂੰ ਬਾਬੇ ਨਾਨਕ ਦੀ ਗੁਰਬਾਣੀ ਤੇ ਪਹਿਰਾ ਦੇਣਾ ਚਾਹੀਦਾ। ਬਾਕੀ ਜੋ ਦੁਨੀਆ ਕਰਦੀ ਕਰੀ ਜਾਵੇ, ਇਹ ਜਦੋਂ ਦੀ ਪ੍ਰਮਾਤਮਾ ਨੇ ਦੁਨੀਆ ਸਾਜੀ, ਇਸ ਤਰ੍ਹਾਂ ਦਾ ਸਿਸਟਮ ਹੈ। ਪਰ ਸਾਨੂੰ ਸਿੱਖ ਮਤ 550 ਸਾਲੇ ਤੇ ਅਸੀਂ ਪੂਰਾ ਜ਼ੋਰ ਲਾ ਦਿੱਤਾ ਥਾਂ ਥਾਂ ਤੇ। ਹੁਣ 551ਵਾਂ ਸਾਲ ਆ ਗਿਆ, ਪਰ ਸਾਡੀ ਸਥਿਤੀ ਉਵੇਂ ਦੀ ਉਵੇਂ ਹੀ ਹੈ। ਬਾਬੇ ਨਾਨਕ ਦੀ ਵਿਚਾਰਧਾਰਾ ਨਹੀਂ ਸਾਡੇ ਕੋਲ ਆਈ, ਸਾਡੀਆਂ ਉਹ ਪੁਰਾਣੀਆਂ ਮੱਤਾਂ, ਉਹੀ ਸਾਰਾ ਸਿਸਟਮ। ਕਿਉਂਕਿ ਅਸੀਂ ਤਾਂ ਇਲਾਕੇ 'ਚ ਹੀ ਵਿਚਰਦੇ ਰਹਿੰਦੇ ਹਾਂ, ਤੇ ਨਗਰ ਦੇ ਵਿੱਚ, ਪਰਿਵਾਰ ਦੇ ਵਿੱਚ ਹੀ ਵਿਚਰਦੇ ਰਹਿੰਦੇ ਹਾਂ ਵੀ ਕਿਸ ਤਰ੍ਹਾਂ ਦਾ ਸਿਸਟਮ ਹੈ। ਉਹੋ ਹੀ ਮੱਤ ਪੁਰਾਣੀ, ਸਾਡੀ ਮੱਤ ਨਹੀਂ ਬਦਲੀ। ਅੱਜ ਚਲੋ ਕੁਛ ਨੌਜਵਾਨਾਂ ਦੇ ਵਿੱਚ ਹੈ, ਨੌਜਵਾਨ ਅੱਜ ਗੁਰੂ ਨਾਨਕ ਦੀ ਮੱਤ ਨੂੰ ਮੰਨਣ ਲੱਗ ਪਏ ਨੇ। ਉਹ ਕਹਿੰਦੇ ਵੀ ਗੁਰੂ ਨਾਨਕ ਦੀ ਮੱਤ ਨੂੰ ਮੰਨੋ ਤਾਂ ਕਿ ਸਾਡਾ ਜੀਵਨ ਸੋਹਣਾ ਬਣੇ। ਤੇ ਪੁਰਾਣੇ ਤਾਂ ਸਿਸਟਮ ਉਵੇਂ ਦਾ ਉਵੇਂ ਹੀ ਹੈ। ਉਹ ਸਗੋਂ ਦੀ ਸਾਨੂੰ ਵੀ ਕਹਿ ਦਿੰਦੇ ਨੇ, ਉਹ ਇਹ ਕਿੱਥੋਂ ਵੱਡੇ ਗਿਆਨੀ ਆ ਗਏ, ਗੁਰੂ ਸਾਹਿਬ ਦੀ ਬਾਣੀ ਥੋੜ੍ਹਾ ਇਸ ਤਰ੍ਹਾਂ ਕਹਿੰਦੀ। ਆਹ ਹੁਣ ਸ਼ਬਦ ਕਹਿੰਦਾ ਜਿਹੜਾ ਪੜ੍ਹਿਆ, ਇਹ ਸ਼ਬਦ ਜਿੰਦਾ ਪੜ੍ਹਿਆ, ਇਹ ਬਾਬੇ ਨਾਨਕ ਦਾ ਹੀ ਹੈ, ਇਹ ਗੁਰਬਾਣੀ ਨੇ ਕਿਹਾ, ਅਸੀਂ ਤੇ ਆਪਦੇ ਕੋਲੋਂ ਨਹੀਂ ਨਾ ਕਿਹਾ। ਹਾਂ, ਕੋਈ ਮੁਤਾਬਕ ਉਦਾਹਰਨ ਦੇ ਦਈਏ, ਉਹ ਚੱਲ ਹੋ ਸਕਦੀ ਹੈ। ਅਸੀਂ ਤੇ ਗੁਰਬਾਣੀ ਦੇ ਮੁਤਾਬਕ ਹੀ ਗੱਲ ਕਰਦੇ ਹਾਂ ਵੀ ਭਾਈ ਗੁਰਬਾਣੀ ਆਪਾਂ ਨੂੰ ਆਹ ਕਹਿੰਦੀ ਹੈ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੀਏ ਆਪਾਂ ਸਾਰੇ ਹੀ। ਇਹ ਨਹੀਂ ਵੀ ਤੁਹਾਡੇ ਵਾਸਤੇ ਤੇ ਸਾਡੇ ਵਾਸਤੇ ਨਹੀਂ ਹੈ। ਜੋ ਗੁਰਬਾਣੀ ਕਹਿੰਦੀ ਆ ਉਹਦੇ ਮੁਤਾਬਕ ਅਸੀਂ ਵੀ ਆਪਣਾ ਜੀਵਨ ਜੀਣ ਦੀ ਕੋਸ਼ਿਸ਼ ਕਰੀਏ, ਤੇ ਹੋਰ ਵੀ ਕਰਨ, ਤੇ ਫਿਰ ਸਾਡਾ ਜੀਵਨ ਸੋਹਣਾ ਬਣ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ ਵੀ ਸਾਰਾ ਸਿਸਟਮ ਪਰਮਾਤਮਾ ਦਾ ਹੈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਵੀ ਜਿਹੜਾ ਕੁੰਭ ਹੈ ਉਹ ਜਲ ਤੋਂ ਬਿਨਾਂ ਤਿਆਰ ਨਹੀਂ ਹੁੰਦਾ। ਪਰ ਹੁਣ ਘੜੇ ਦੇ ਵਿੱਚ ਪਾਣੀ ਪਾ ਦਈਏ ਤੇ ਆਪਾਂ ਕੀ ਸਾਰਾ ਕੁਝ ਘੜਾ ਹੀ ਹੈ ਜਾਂ ਪਾਣੀ ਹੈ? ਪਾਣੀ ਆਪਣੀ ਥਾਂ ਤੇ ਹੈ, ਘੜਾ ਆਪਣੀ ਥਾਂ ਤੇ ਹੈ। ਬਣਾਇਆ ਕਿਹਨੇ ਹੈ? ਸਾਰਾ ਕੁਝ ਪਰਮਾਤਮਾ ਨੇ ਬਣਾਇਆ, ਸਾਰਾ ਕੁਝ ਪਰਮਾਤਮਾ ਨੇ ਬਣਾਇਆ। ਤੇ ਗੁਰੂ ਸਾਹਿਬ ਜੀ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ, ਕਿਉਂਕਿ ਗੁਰੂ ਕੋਲ ਗਿਆਨ ਕਿਹੜਾ? ਪਰਮਾਤਮਾ ਦਾ। ਅਸੀਂ ਸੀਮਤ ਰੱਖਿਆ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਕਿਉਂਕਿ ਰੋਜ਼ਾਨਾ ਹੀ ਤਕਰੀਬਨ ਹੁਣ ਜਦੋਂ ਦੀ ਵਿਚਾਰ ਆ ਵੀਡੀਓ ਪੈਣ ਲੱਗ ਪਈ ਹੈ, ਬਹੁਤ ਵਿਚਾਰਾਂ ਆਉਂਦੀਆਂ ਨੇ ਦਾਸ ਕੋਲ, ਬਹੁਤ ਜ਼ਿਆਦੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਾਬਕ ਅਸੀਂ ਵਿਚਾਰ ਕਰਦੇ ਹਾਂ, ਉੱਥੇ ਗੱਲਾਂ ਇਹ ਆਉਂਦੀਆਂ ਵੀ ਗੁਰੂ ਦੀ ਗੱਲ ਹੀ ਆਉਣੀ, ਇੱਥੇ ਗੁਰੂ ਦੀ ਹੋਰ ਤਾਂ ਗੱਲ ਨਹੀਂ ਕੋਈ ਆਉਣੀ, ਕਿਉਂਕਿ ਵਿਚਾਰ ਸਾਰੀ ਗੁਰੂ ਦੀ ਹੋਣੀ ਹੈ। ਵੀ ਆਪਣੀ ਮੱਤ ਦੇ ਨਾਲ ਜਦੋਂ ਅਸੀਂ ਕੰਮ ਕਰਦੇ ਨਾ, ਤੇ ਕਈ ਬੰਦੇ ਕਹਿੰਦੇ ਵੀ ਆਪਾਂ ਨੂੰ ਮੱਤ ਵਰਤਣੀ ਪੈਣੀ ਬਈ, ਗੁਰਬਾਣੀ 'ਚ ਇਸ ਤਰ੍ਹਾਂ ਲਿਖਿਆ। ਅਸੀਂ ਕਹਿੰਦੇ ਵੀ ਉਹ ਗੁਰਬਾਣੀ ਦੇ ਮੁਤਾਬਕ ਹੀ ਹੋ ਰਿਹਾ ਹੈ। ਜੇ ਲਿਖਿਆ ਨਹੀਂ ਨਾ, ਲਿਖਿਆ ਨਹੀਂ ਤਾਂ ਗੁਰਬਾਣੀ ਦੇ ਮੁਤਾਬਕ ਹੀ ਹੋ ਰਿਹਾ ਹੈ। ਵੀ ਜਿਵੇਂ ਕੋਈ ਦੁਨਿਆਵੀ ਕੰਮ ਆਪਾਂ ਛੋਟੇ ਮੋਟੇ ਕਰਦੇ ਹਾਂ, ਤੇ ਇਸ ਤਰੀਕੇ ਦੇ ਨਾਲ ਆਪਾਂ ਕਰੀਏ ਤੇ ਉਹ ਗੁਰਬਾਣੀ ਦਾ ਹੀ ਫਲਸਫਾ ਹੈ। ਵੀ ਗੁਰੂ ਨੂੰ ਅੱਗੇ ਮਤਲਬ ਕੀ ਹੈ? ਗੁਰੂ ਦਾ ਗਿਆਨ ਸਾਡੇ ਮਨ ਵਿੱਚ ਹੋਵੇ ਵੀ ਆਹ ਕੰਮ ਨਹੀਂ ਕਰਨਾ, ਆਹ ਕੰਮ ਕਰਨਾ ਹੈ, ਇਹਦੇ ਵਿੱਚ ਮੈਨੂੰ ਫਾਇਦਾ ਹੈ, ਇਹਦੇ ਵਿੱਚ ਮੈਨੂੰ ਨੁਕਸਾਨ ਹੈ, ਇਹਦੇ 'ਚ ਮੇਰਾ ਧਿਆਨ ਟਿਕ ਸਕਦਾ, ਇਹਦੇ 'ਚ ਮੇਰਾ ਧਿਆਨ ਉਖੜ ਸਕਦਾ। ਤੇ ਜੇ ਆਪਾਂ ਗੁਰਮੁਖ ਪਿਆਰਿਓ ਪਰਮਾਤਮਾ ਦੀ ਬਾਣੀ ਨੂੰ ਪੜ੍ਹਾਂਗੇ ਨਾ, ਆਪਾਂ ਸਿਰਫ ਇੱਥੋਂ ਤੱਕ ਨਾ ਰੱਖੀਏ
ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਘਰੇ ਲਿਜਾਣਾ ਹੈ, ਅਖੰਡ ਪਾਠ ਕਰਾਉਣਾ ਹੈ, ਸਹਿਜ ਪਾਠ ਵਿਖਾਵੇ ਵਾਸਤੇ। ਗੁਰਬਾਣੀ ਕਹਿੰਦੀ ਇਹ ਕੰਮ ਨਾ ਕਰ, ਇਹ ਕੰਮ ਨਾ ਕਰ, ਵਿਖਾਵਾ ਨਾ ਕਰ। ਗੁਰਬਾਣੀ ਦਾ ਇੱਕ ਇੱਕ ਸ਼ਬਦ ਪੜ੍ਹ ਕੇ ਸੁਣ ਤੇ ਫਿਰ ਉਹਦੀ ਵਿਚਾਰ ਕਰ ਤੇ ਮੰਨ। ਇਹ ਗੁਰਬਾਣੀ ਦਾ ਤਾਂ ਆਹ ਸਿਸਟਮ ਹੈ। ਪਰ ਅਸੀਂ ਕਹਿੰਦੇ ਵੀ ਨਹੀਂ, ਸਾਨੂੰ ਹੁਣ ਕਿਹੜੇ ਚੰਗੇ ਲੱਗਦੇ ਨੇ ਜਿਹੜੇ ਨਾਲੇ ਤਾਂ ਸਾਡਾ, ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਢੂਆ ਕੁੱਟਦੇ ਨੇ, ਤੇ ਨਾਲੇ ਸਾਨੂੰ ਕੁਛ ਦਿੰਦੇ ਲੈਂਦੇ ਨੇ। ਸਿਰਫ ਦਿੰਦੇ ਲੈਂਦੇ ਸਾਨੂੰ ਕੱਖ ਨਹੀਂ। ਉਹਨਾਂ ਨੇ ਨਾ ਤਾਂ ਗਿਆਨ ਦੇਣਾ ਨਾ ਸਮਝਾਉਣਾ ਹੈ। ਬਾਬੇ ਨਾਨਕ ਦੀ ਗੁਰਬਾਣੀ ਨੇ ਤੈਨੂੰ ਉਹ ਕਹਿਣਾ ਹੈ ਕਿ ਬੰਦਿਆ ਤੂੰ ਆਪਣੀ ਸਭ ਤੋਂ ਪਹਿਲਾਂ ਕਿਰਤ ਕਰ, ਫਿਰ ਨਾਮ ਜਪ। ਨਾਲ ਹੀ ਇਹ ਨਹੀਂ ਵੀ ਕਿਰਤ ਅੱਜ ਕਰ ਲਈ ਤੇ ਨਾਮ 15 ਦਿਨ ਬਾਅਦ ਜਪਣੀ, ਨਹੀਂ। ਕਿਰਤ ਕਰ ਤੇ ਨਾਲ ਹੀ ਨਾਮ ਜਪ। ਜਦੋਂ ਤੇਰੀ ਕਿਰਤ ਸੰਪੂਰਨ ਹੋ ਜਾਂਦੀ ਹੈ ਤੇ ਵੰਡ ਕੇ ਛਕ। ਵੰਡ ਕੇ, ਕਿਸੇ ਵਿੱਚ ਦਫਾਰ ਨਾ ਪਾ, ਕਿਸੇ ਨੂੰ ਇਹ ਨਾ ਕਹਿ ਵੀ ਆਹ ਮੇਰਾ ਤੇ ਆਹ ਤੇਰਾ ਹੈ। ਬਾਬੇ ਨਾਨਕ ਨੇ ਇਸੇ ਕਰਕੇ ਸਾਰੀਆਂ ਚੀਜ਼ਾਂ ਸਮਝਾਉਣ ਕਰਕੇ ਹੀ ਬਾਬੇ ਨਾਨਕ ਨੇ ਹੱਟੀ ਵੀ ਚਲਾਈ, 13 ਵੀ ਤੋਲੀਆਂ। ਉੱਥੇ ਇਹ ਨਹੀਂ ਵੀ ਹਿਸਾਬ ਕਿਤਾਬ ਨਹੀਂ ਸੀ ਕਰਦਾ ਬਾਬਾ ਨਾਨਕ। ਬਾਬਾ ਨਾਨਕ ਬਿਲਕੁਲ ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਕਰਦਾ ਸੀ, ਪਰ ਜਦੋਂ ਤੋਲਦਾ ਸੀ ਤੇ ਕਹਿੰਦਾ ਸੀ ਇਹ ਤੇਰਾ ਹੀ ਤੇਰਾ ਹੈ। ਇਹ ਨਹੀਂ ਕਿ ਉਹ ਹਿਸਾਬ ਕਿਤਾਬ ਨਹੀਂ ਸੀ ਕਰਦਾ, ਸਾਰਾ ਉਹਨਾਂ ਨੇ ਦੱਸ ਦਿੱਤਾ। ਖੇਤੀਬਾੜੀ ਕਿਸਾਨ ਨੂੰ ਕਰਨੀ ਦੱਸ ਦਿੱਤੀ ਵੀ ਇਸ ਤਰ੍ਹਾਂ ਖੇਤੀਬਾੜੀ ਕਰ, ਪੈਲੀ ਨੂੰ ਵਾਹੁਣਾ ਪੈਣਾ ਹੀ, ਪੈਲੀ ਨੂੰ ਵਾਹ ਕੇ ਬੀਜੇਗਾ ਤੇ ਵਧੀਆ ਹੋਏਗਾ। ਸਾਰਾ ਕੁਝ ਬਾਬੇ ਨਾਨਕ ਨੇ ਆਪਣੇ ਹੱਥੀਂ ਪਾਣੀ ਲਾਇਆ, ਪੈਲੀ ਬਣਾਈ, ਸਭ ਕੁਝ ਕੀਤਾ। ਕਿਉਂ ਸਮਝਾਉਣਾ ਕੀਤਾ ਕਿ ਬੰਦਿਆ ਰੱਬ ਦਾ ਸਿਗਨਲ ਆ ਹੀ, ਰੱਬ ਆ ਚੀਜ਼ਾਂ ਚਾਹੁੰਦਾ ਹੈ। ਅਸੀਂ ਹੁਣ ਡੇਰੇ ਤੇ ਤੁਰੇ ਫਿਰੀਏ ਭਾਵੇਂ ਮਹੀਨਾ, ਔਰ ਗੁਰੂ ਸਾਹਿਬ ਦੇ ਅੱਗੇ ਭਾਵੇਂ ਅਸੀਂ ਸਾਰਾ ਲਿਟ ਕੇ ਮੱਥਾ ਟੇਕੀ ਜਾਈਏ, ਗੁਰੂ ਸਾਹਿਬ ਨੂੰ ਸਵੀਕਾਰ ਨਹੀਂ ਹੋਏਗਾ। ਗੁਰੂ ਸਾਹਿਬ ਨੂੰ ਸਵੀਕਾਰ ਉਹ ਹੋਏਗਾ ਜੇ ਅਸੀਂ ਕਿਰਤ ਕਰਕੇ ਆਪਣਾ ਆਪ ਵੀ ਪੇਟ ਪਾਲਦੇ, ਬੱਚਿਆਂ ਨੂੰ ਵੀ, ਤੇ ਫਿਰ ਪ੍ਰਮਾਤਮਾ ਨੂੰ ਹੋਏਗਾ। ਪ੍ਰਮਾਤਮਾ ਨੂੰ ਉਹ ਥਾਂ ਪੜਿਆ ਮੰਨਿਆ ਜਾਏਗਾ, ਜਾਣੀ ਕਿ ਜਿਹੜਾ ਅਸੀਂ ਪੜ੍ਹਿਆ ਸੁਣਿਆ ਉਸ ਪ੍ਰਮਾਤਮਾ ਦੇ ਥਾਂ ਪਵੇਗਾ। ਜੇ ਅਸੀਂ ਆਪਣੇ ਆਪ ਦੇ ਵਿੱਚ ਜਾਣੀ ਕਿ ਵੀ ਪ੍ਰਮਾਤਮਾ ਤੋਂ ਗਾਂਹ ਲੰਘ ਕੇ ਤੁਰਾਂਗੇ, ਵੀ ਜਿਵੇਂ ਆਪਾਂ ਕਹਿੰਦੇ ਨੇ ਕੋਈ ਨਹੀਂ ਬਾਣੀ ਪੜ੍ਹਨ ਦਾ ਤਾਂ ਆਪਣਾ ਕਿਹੜਾ ਕੰਮ ਹੈ, ਗੁਰਬਾਣੀ ਤਾਂ ਪਾਠੀ ਸਿੰਘ ਨੇ ਪੜ੍ਹਨੀ ਜਾਂ ਰਾਗੀ ਜਥੇ ਨੇ ਪੜ੍ਹਨੀ, ਆਪਣਾ ਤਾਂ ਕੰਮ ਹੀ ਨਹੀਂ ਹੈ। ਹਰ ਇੱਕ ਸਿੱਖ ਵਾਸਤੇ ਆਪਾਂ ਰੋਜ਼ ਪੜ੍ਹਦੇ ਗੁਰੂ ਰਾਮਦਾਸ ਦਾ ਸ਼ਬਦ ਗੁਰ ਦਾ ਮਤਲਬ ਗਿਆਨ। ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇਹ ਗੁਰੂ ਰਾਮਦਾਸ ਮਹਾਰਾਜ ਨੇ ਸਿਗਨਲ ਦਿੱਤਾ ਵੀ ਜਿਹੜਾ ਗੁਰੂ ਦਾ ਸਿੱਖ ਅਖਾਉਂਦਾ ਹੈ ਸਭ ਤੋਂ ਪਹਿਲਾਂ ਉੱਠ ਕੇ ਪ੍ਰਮਾਤਮਾ ਦਾ ਨਾਮ ਤੇ ਆਵੇ, ਉਦੋਂ ਬਾਅਦ ਜੋ ਮਰਜ਼ੀ ਕਰੀ ਜਾਵੇ, ਜੋ ਮਰਜ਼ੀ ਕਰੀ ਜਾਵੇ। ਪ੍ਰਮਾਤਮਾ ਨਹੀਂ ਕੁਛ ਉਹਨੂੰ ਕਹਿੰਦਾ, ਪ੍ਰਮਾਤਮਾ ਉਹਨੂੰ ਕਹਿੰਦਾ ਵੀ ਚੱਲ ਠੀਕ ਆਪਣੇ ਕਰਮ ਕਰੀ ਚੱਲ। ਇਹ ਸਾਡਾ ਜਿਹੜਾ ਐਕਸਪੈਕਟ ਬਣਾਇਆ ਹੁਣ ਦੁਨੀਆ ਦੇ ਉੱਤੇ ਵੀ ਇਸ ਤਰ੍ਹਾਂ ਕਰਨਾ ਹੈ, ਆਹ ਦੁਨੀਆ ਨੇ ਕਹਿ ਦਿੱਤਾ। ਗੁਰਮੁਖ ਪਿਆਰੋ, ਗੁਰਮਰਜ਼ਾਦਾ ਨਹੀਂ ਇਹ ਚੀਜ਼ਾਂ ਦੇ ਨਾਲ ਸੰਬੰਧਿਤ। ਬੰਦੇ ਦਾ ਕਿਹਾ, ਗੁਰੂ ਦਾ ਗਿਆਨ, ਗਿਆਨ ਤੇ ਆ ਜਾਵੇ ਧਿਆਨ ਤੇ ਫਿਰ ਮਿਲਣਾ ਭਗਵਾਨ, ਨਹੀਂ ਤੇ ਨਹੀਂ ਮਿਲਣਾ। ਨਹੀਂ ਤਾਂ ਜਿਸ ਤਰ੍ਹਾਂ ਮਰਜ਼ੀ ਅਸੀਂ ਤੁਰੇ ਫਿਰੀਏ, ਜੋ ਮਰਜ਼ੀ ਕਰੀ ਜਾਈਏ ਦੁਨੀਆ ਤੇ, ਅਸੀਂ ਜੋ ਮਰਜ਼ੀ ਕਰੀ ਜਾਈਏ, ਜਿਵੇਂ ਮਰਜ਼ੀ ਕਰੀ ਜਾਈਏ। ਹੁਣ ਕਈ ਗੁਰਮੁਖ ਪਿਆਰੇ ਆ ਪਹਿਲਾਂ 10 ਕੁ ਦਿਨ ਬੜੇ ਸਵਾਲ ਆਏ ਸੀ, ਹੁਣ ਆਪੇ ਕਰਨੋਂ ਹਟ ਗਏ ਨੇ। ਪਤਾ ਲੱਗ ਗਿਆ ਵੀ ਪਹਿਲਾਂ ਆਪਾਂ ਗੁਰਬਾਣੀ ਨਾਲ ਆਪ ਜੁੜੀਏ, ਗੁਰਬਾਣੀ ਦੇ ਨਾਲ ਪਹਿਲਾਂ ਆਪਾਂ ਆਪ ਜੁੜੀਏ, ਫਿਰ ਗਾਂ ਗੁਰਬਾਣੀ ਨੇ ਸਾਨੂੰ ਦੱਸਣਾ ਵੀ ਆ ਤੂੰ ਕੰਮ ਕਰ। ਗਿਆਨੀ ਸੰਤ ਮਸਕੀਨ ਜੀ ਵੀ ਕਹਿੰਦੇ ਸਾਨੂੰ ਨਾ ਬੜੇ, ਕਿਉਂਕਿ ਅੱਜ ਤੇ ਚਲੋ ਫਿਰ ਵੀ ਗੁਰਬਾਣੀ ਦਾ ਬੋਲਬਾਲਾ ਸਮਝ ਲੱਗਣ ਲੱਗ ਪਈ ਹੈ। ਜਦੋਂ ਗਿਆਨੀ ਸੰਤ ਮਸਕੀਨ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਸੰਗਤਾਂ ਦੇ ਸਾਹਮਣੇ ਲਿਆਂਦੀ, ਪੜ੍ਹੇ ਲਿਖਿਆਂ ਡਿਗਰੀਆਂ ਦੇ, ਬਾਬਾ ਜੀ ਗੁਰਬਾਣੀ ਇੰਜ ਕਹਿੰਦੀ ਅਸੀਂ ਇਸ ਤਰ੍ਹਾਂ ਕਰੀਏ, ਗੁਰਬਾਣੀ ਇੰਜ ਕਹਿੰਦੀ, ਉਹ ਕਹਿੰਦੇ ਅਸੀਂ ਸਿਰਫ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ, ਪਹਿਲਾਂ ਗੁਰਬਾਣੀ ਪੜ੍ਹ, ਪਹਿਲਾਂ ਗੁਰਬਾਣੀ ਪੜ੍ਹ ਤੇ ਤੈਨੂੰ ਆਪਣੇ ਆਪ ਹੀ ਸਵਾਲ ਦਾ ਜਵਾਬ ਵਿੱਚੋਂ ਹੀ ਮਿਲ ਜਾਣਾ। ਆਪਣੇ ਜੀਵਨ ਦਾ ਨਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਇਹਨੂੰ ਪੜ੍ਹਾਂਗੇ, ਵਿੱਚੇ ਹੀ ਸਵਾਲ ਨੇ, ਵਿੱਚੇ ਜਵਾਬ ਹੈ। ਪਰ ਪਤਾ ਕਦੋਂ ਲੱਗੇਗਾ? ਜਦੋਂ ਪੜ੍ਹੇਗਾ, ਸੁਣੇਗਾ ਤੇ ਮੰਨੇਗਾ। ਜਿੰਨਾ ਚਿਰ ਗੁਰਬਾਣੀ ਦੇ ਨਾਲ ਅਟੈਚਮੈਂਟ ਨਹੀਂ ਸਾਡੀ, ਗੁਰਬਾਣੀ ਤੋਂ ਅਸੀਂ ਵਿਸਰੇ ਹੋਏ ਹਾਂ। ਵੀ ਸਿਰਫ ਇੱਕ ਗੁਸਤਾਖੀ ਮਾਫ ਕਰਨਾ, ਕਈਆਂ ਨੂੰ ਬੜਾ ਬੁਰਾ ਲੱਗਦਾ, ਉਹ
ਅਸੀਂ ਕਹਿ ਦਿੰਦੇ ਹਾਂ, ਕਹਿਣਾ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਅਸੀਂ ਗੁਰਬਾਣੀ ਦੀ ਵਿਚਾਰਧਾਰਾ ਦੇ ਨਾਲ ਅਸੀਂ ਕਥਾ ਕਰਦੇ ਹਾਂ। ਵੀ ਗੁਰਬਾਣੀ ਤਾਂ ਇਹ ਕਹਿੰਦੀ ਹੈ ਵੀ ਮੱਥਾ ਵੀ ਟੇਕ ਤੇ ਨਾਲ ਮੈਨੂੰ ਪੜ੍ਹ ਵੀ। ਕੱਲਾ ਮੱਥਾ ਟੇਕਣ ਤੱਕ ਸੀਮਤ ਨਾ ਰਹੇ, ਜਾਂ ਗੇੜੇ ਕੱਢਣ ਤੱਕ ਚੱਕਰ ਤੇ ਵੀ ਆਪਾਂ ਕਈ ਵਾਰ ਨਾ ਮਨ ਦੇ ਵਿੱਚ ਆਉਂਦਾ ਮੈਂ ਤਾਂ ਰੋਜ਼ ਹੀ ਗੁਰਦੁਆਰੇ ਜਾਣਾ, ਰੋਜ਼ ਜਾਣਾ ਹੈ, ਚੰਗੀ ਗੱਲ ਹੈ, ਪਰ ਇੱਥੋਂ ਕੁਛ ਨਾ ਕੁਛ ਸਿੱਖ ਕੇ ਵੀ ਜਾ। ਜੇ ਅਸੀਂ ਦਰਬਾਰ ਸਾਹਿਬ ਜਾਂਦੇ, ਦਰਬਾਰ ਸਾਹਿਬ ਅਸੀਂ ਪਰਿਕਰਮਾ ਵੀ ਕਰਕੇ ਆ ਗਏ, ਮੱਥਾ ਵੀ ਟੇਕ ਕੇ ਆ ਗਏ, ਉੱਥੋਂ ਦਾ ਇਤਿਹਾਸ ਪੜ੍ਹ ਵੀ ਇੱਥੇ ਕੀ ਹੋਇਆ। ਦਰਬਾਰ ਸਾਹਿਬ ਕਾਹਦੇ ਵਾਸਤੇ ਬਣਿਆ, ਅਕਾਲ ਤਖਤ ਕਾਹਦੇ ਵਾਸਤੇ ਬਣਿਆ, ਕੀ ਕਾਰਨ ਸੀ, ਗੁਰੂ ਸਾਹਿਬਾਂ ਨੇ ਕਿਉਂ ਬਣਾਇਆ। ਜੇ ਅਸੀਂ ਉੱਥੇ ਸਿਰਫ ਮੱਥਾ ਟੇਕ ਕੇ ਚਲੋ ਪ੍ਰਮਾਤਮਾ ਦੀ ਕਿਰਪਾ ਸਦਕਾ ਸਾਡਾ ਸਰੀਰ ਤੇ ਕੋਈ 10 ਵਾਰੀ ਵਾਹਿਗੁਰੂ ਵਾਹਿਗੁਰੂ ਕਿਹਾ ਹੀ ਹੋਏਗਾ, ਮੱਥਾ ਵੀ ਟੇਕ ਆਂਦਾ, ਪਰਿਕਰਮਾ ਵੀ ਕਰ ਆਏ, ਅਸੀਂ ਦੂਜਾ ਮਾਰਕੀਟ ਦੇ ਵਿੱਚ ਵੀ ਘੁੰਮ ਕੇ ਚੀਜ਼ਾਂ ਲੈ ਕੇ ਆ ਗਏ, ਨਾਲੇ ਸਾਰੇ ਆਂਢੀਆਂ ਗੁਆਂਢ ਦਿਖਾਉਂਦੇ ਫਿਰ ਦਰਬਾਰ ਸਾਹਿਬ ਗਏ ਸੀ ਵੀ ਪਤਾ ਲੱਗ ਜੇ ਸਾਰਿਆਂ ਨੂੰ ਵੀ ਦਰਬਾਰ ਸਾਹਿਬ ਗਏ ਸੀ, ਅਸੀਂ ਆਹ ਚੀਜ਼ਾਂ ਲੈ ਕੇ ਆਏ ਉੱਥੋਂ। ਪਰ ਜਿਹੜੀ ਚੀਜ਼ ਲਿਆਉਣੀ ਸੀ ਉਹ ਲੈ ਕੇ ਨਹੀਂ ਆਏ। ਦਰਬਾਰ ਸਾਹਿਬ ਸਾਡੇ ਆਪਾਂ ਰੋਜ਼ ਪੜ੍ਹਦੇ ਨਾ ਵੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ, ਵੀ ਸਿੱਖ ਨੂੰ 24 ਘੰਟੇ ਉਹਦੇ ਅੱਗੇ ਘੁੰਮਦਾ ਰਹੇ। ਵੀ ਗੁਰੂ ਸਾਹਿਬਾਂ ਨੇ ਸਾਡੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ ਗੁਰਬਾਣੀ ਦੇ ਵਿੱਚ, ਤੇ ਤਾਂ ਸਾਡਾ ਜੀਵਨ ਸੋਹਣਾ ਬਣਨਾ ਹੈ। ਇੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਬਹੁਤ ਸੋਹਣੇ ਤਰੀਕੇ ਨਾਲ ਕਹਿ ਦਿੱਤਾ ਹੈ ਕਿ ਬੰਦਿਆ, ਗੁਰੂ ਦੇ ਗਿਆਨ ਤੋਂ ਬਿਨਾਂ ਮਨ ਨਹੀਂ ਰੁਕਣਾ। ਜਿਵੇਂ ਬ੍ਰੇਕ ਤੋਂ ਬਿਨਾਂ ਕੋਈ ਮਸ਼ੀਨਰੀ ਨਾ ਰੁਕਦੀ, ਬ੍ਰੇਕ ਤੋਂ ਬਿਨਾਂ ਜਦੋਂ ਅਸੀਂ ਸਾਰੇ ਗੇਅਰ ਕੱਢ ਤੇ ਬੰਦ ਵੀ ਕਰ ਦਿੱਤੀ ਫਿਰ ਵੀ ਨਹੀਂ ਰੁਕਣਾ, ਬ੍ਰੇਕ ਲਾਉਣੀ ਪੈਣੀ ਹੈ। ਗੁਰੂ ਸਾਹਿਬ ਦੇ ਸ਼ਬਦ ਨੇ ਤੇਰੇ ਮਨ ਤੇ ਬ੍ਰੇਕ ਲਾ ਕੇ ਰੱਖਣੀ ਹੈ, ਤਾਂ ਤੇਰਾ ਮਨ ਸਿੱਧੇ ਬੰਨੇ ਨੂੰ ਜਾਏਗਾ, ਨਹੀਂ ਤੇ ਪੁੱਠੇ ਬੰਨੇ ਹੀ ਚੱਲਦਾ ਰਹੇਗਾ। ਚੱਲਦਾ ਹੈ ਆਪਣਾ ਮਨ ਗੁਰਦੁਆਰੇ ਤੱਕ ਤਾਂ ਬੜਾ ਵਧੀਆ ਸੀਮਤ ਰਹਿੰਦਾ, ਜਦੋਂ ਗੁਰਦੁਆਰੇ ਤੋਂ ਬਾਹਰ ਚਲੇ ਜਾਂਦੇ ਇਹ ਦੁਨਿਆਵੀ ਦੁਨੀਆ ਦੀ ਮਾਇਆ ਮੋਹ ਦੇ ਵਿੱਚ ਫਸ ਜਾਂਦਾ, ਉਲਟ ਸੁਲਟ ਪਤਾ ਨਹੀਂ ਕਿੱਧਰ ਨੂੰ ਚਲੇ ਜਾਂਦਾ। ਤੇ ਜੇ ਤੇਰਾ ਧਿਆਨ ਗੁਰਬਾਣੀ 'ਚ ਰਹੇ, ਗੁਰੂ ਵੱਲ ਚਲ ਜੇ, ਤੇ ਫਿਰ ਸਮਝ ਲਾ ਗੁਰੂ ਦਿਆ ਸਿੱਖਾ ਤੂੰ ਚੱਲਦਾ ਫਿਰਦਾ ਹੀ ਗੁਰਦੁਆਰਾ ਹੈ, ਚੱਲਦਾ ਫਿਰਦਾ ਹੀ ਗੁਰਦੁਆਰਾ ਹੈ ਤੂੰ। ਕਿਉਂਕਿ ਤੇਰੇ 'ਚ ਗਿਆਨ ਹੋਵੇ, ਤੇਰੇ 'ਚ ਗਿਆਨ ਹੋਵੇ ਕਿ ਮੈਂ ਮਾੜਾ ਕਰਮ ਜਿਹੜਾ ਮਾੜੀ ਚੰਗੀ ਚੀਜ਼ ਮੇਰੇ ਮਨ ਦੇ ਵਿੱਚ ਆਵੇ, ਵੀ ਗੁਰੂ ਬਾਣੀ ਮੈਨੂੰ ਆਹ ਚੀਜ਼ਾਂ ਤੋਂ ਰੋਕਦੀ ਹੈ, ਕੰਮ ਨਹੀਂ ਮੈਂ ਕਰਨਾ। ਪਾਪ ਕਦੋਂ ਹੁੰਦਾ ਹੈ, ਜਦੋਂ ਮਨ ਨੂੰ ਸਿਗਨਲ ਗਲਤ ਜਾਂਦਾ ਹੈ। ਪਾਪ ਬੰਦਾ ਕਦੋਂ ਕਰਦਾ ਹੈ, ਜੇ ਤਾਂ ਗੁਰਬਾਣੀ ਦੀ ਵਿਚਾਰਧਾਰਾ ਸਾਡੇ ਹਿਰਦੇ 'ਚ ਹੈ ਤੇ ਪਾਪ ਨਹੀਂ ਹੋਏਗਾ। ਜਦੋਂ ਅਸੀਂ ਗੁਰਬਾਣੀ ਨੂੰ ਪਾਸੇ ਛੱਡ ਦਿੱਤਾ, ਜਿਸ ਤਨ ਬਾਣੀ ਵਿਸਰ ਜਾਏ, ਜਦੋਂ ਬਾਣੀ ਭੁੱਲ ਗਈ ਫਿਰ ਬੰਦਾ ਕਹਿੰਦਾ ਰੱਬ ਕਿਹੜਾ ਮੇਰੇ ਲਾਗੇ ਹੈ। ਪਾਪ ਉਦੋਂ ਹੀ ਹੁੰਦਾ, ਉਦੋਂ ਹੀ ਸਾਡੀ ਹੱਥਾਂ ਦੀ ਕਲਮ, ਸਾਡੇ ਹੱਥ, ਇਹ ਵੈਸੇ ਲਿਖ ਕੇ ਤਾਂ ਅਸੀਂ ਬੜੇ ਥਾਵਾਂ ਤੇ ਲਾਇਆ ਹੋਇਆ ਹੈ ਕਿ ਭਾਈ ਮੇਰੇ ਪ੍ਰਮਾਤਮਾ ਜੀ ਹੱਥ ਗਲਤ ਥਾਂ ਤੇ ਨਾ ਜਾਣ, ਮੇਰੇ ਪੈਰ ਗਲਤ ਥਾਂ ਤੇ ਨਾ ਜਾਣ, ਪਰ ਜਾਣੇ ਕਿੰਨੇ ਲਿਆਉਣੇ ਕਿੰਨੇ ਆ, ਤੇਰੇ ਮਨ ਨੇ ਲਿਜਾਣੇ ਨਾ। ਤੇ ਮਨ ਤਾਂ ਤੇਰਾ ਡਾਰੀਆਂ ਮਾਰੀ ਫਿਰਦਾ। ਜੇ ਮਨ ਇਹਦੇ ਮੁਤਾਬਕ ਚੱਲੇ ਗੁਰੂ ਸਾਹਿਬ ਦੇ, ਤੇ ਫਿਰ ਮਨ ਹੱਥ ਵੀ ਤੇਰੇ ਉੱਥੇ ਜਾਣਗੇ, ਪੈਰ ਵੀ ਤੇਰੇ ਉੱਥੇ ਜਾਣਗੇ, ਕਿਰਤ ਕਰਨਗੇ, ਵਧੀਆ ਸਿਸਟਮ ਤੇਰਾ ਚੱਲੇਗਾ। ਇਹ ਪ੍ਰਮਾਤਮਾ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰ ਦੇਣ। ਅਸੀਂ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ, ਗੁਰੂ ਪਰਮਾਤਮਾ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ, ਸਾਨੂੰ ਗੁਰਬਾਣੀ ਪੜ੍ਹਨ ਦਾ ਚਾਅ ਪੈਦਾ ਹੋ ਜਾਵੇ, ਔਰ ਅਸ ਗੁਰਬਾਣੀ ਮੰਨਣ ਦਾ ਔਰ ਗੁਰਬਾਣੀ ਸੁਣ ਕੇ ਪੜ੍ਹ ਕੇ ਆਪਣਾ ਜੀਵਨ ਸੋਹਣਾ ਕਰਨ ਦਾ ਸਾਨੂੰ ਚਾਅ ਪੈਦਾ ਹੋ ਜਾਵੇ। ਇਹ ਪ੍ਰਮਾਤਮਾ ਜੀ ਤੁਸੀਂ ਕਿਰਪਾ ਕਰੋ, ਤਾਂ ਕਿਰਪਾ ਪ੍ਰਮਾਤਮਾ ਦੀ ਹੋਣੀ ਹੈ। ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਹ ਗੁਰਬਾਣੀ ਦੇ ਮੁਤਾਬਕ ਸੋਝੀ ਆ ਜਾਵੇ, ਸਾਡਾ ਜੀਵਨ ਸੋਹਣਾ ਬਣ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਗੁਰਮੁਖ ਪਿਆਰੋ, ਗੁਰਬਾਣੀ ਦੀਆਂ ਵਿਚਾਰਾਂ ਹੋਈਆਂ, ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਇਆ ਕਰਦੀਆਂ, ਕਿਉਂਕਿ ਗੁਰੂ ਗਿਆਨ ਦੇ ਬੱਚੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਤੇ ਗੁਰੂ ਦੀ ਸੰਗਤ ਮਾਫਯੋਗ ਹੈ, ਮਾਫ ਕਰ ਦੇਣਾ। ਅਗਾਂ ਤੋਂ ਬਾਣੀ ਪੜਨ ਸੁਣ ਸੇਵਾ ਸਿਮਰਤੀ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਸਮੱਤ ਬਖਸ਼ਣ, ਸਰਬਤ ਦਾ ਭਲਾ ਕਰਨ, ਸਭ ਨੂੰ ਨਾਮ ਧਨ ਦੇਣ, ਸਭ ਨੂੰ ਵਡਿਆਈਆਂ ਬਖਸ਼ਣ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।